Hello guys, welcome in my podcast Agaz the Revival. ਅੱਜ ਆਗਾਜ਼ ਦੇ ਵਿੱਚ ਕੁਝ ਹਟ ਕੇ ਆਮ ਕਰਕੇ ਮੈਂ ਆਪਣੇ ਆਪ ਨੂੰ ਵੀ ਤੇ ਬਾਕੀ ਮੇਰੇ ਜਾਣ ਪਛਾਣ ਵਾਲੇ ਵੀ ਮੈਨੂੰ ਕਹਿੰਦੇ ਨੇ ਕਿ ਆਮ ਅ ਹੈਲਥ ਫਰੀਕ, ਆਮ ਅ ਫਿਟਨੈਸ ਫਰੀਕ ਤੇ ਮੇਰੇ ਦੋ ਬੈਸਟ ਟੌਪਿਕਸ ਨੇ, ਇੱਕ ਤਾਂ ਹੈਲਥ ਐਂਡ ਫਿਟਨੈਸ ਤੇ ਸੈਕਿੰਡ ਹੈ ਪੋਲਿਟਿਕਸ। ਇਹਨਾਂ ਦੇ ਉੱਪਰ ਮੈਂ ਨੌਨ ਸਟਾਪ ਆਈ ਕੈਨ ਟਾਕ, ਆਈ ਕੈਨ ਡਿਸਕਸ, ਮੈਂ ਕਦੇ ਬੋਰ ਨਹੀਂ ਹੁੰਦੀ। ਸੋ ਜਦ ਪੋਡਕਾਸਟ ਸਟਾਰਟ ਕੀਤਾ ਸੀ ਉਦੋਂ ਇਟ ਵਾਜ਼ ਅ ਪਲਾਨ ਕਿ ਮੈਂ ਪੋਡਕਾਸਟ ਨੂੰ ਹੈਲਥ ਐਂਡ ਫਿਟਨੈਸ ਤੇ ਰੱਖਾਂ, ਪਰ ਉਸ ਤੋਂ ਬਾਅਦ ਇੰਡੀਆ ਦੇ ਵਿੱਚ ਜਦ ਕਿਸਾਨ ਮੋਰਚਾ ਸਟਾਰਟ ਹੋਇਆ ਤੇ ਉਹਨੇ ਸਾਰਾ ਮੇਰਾ ਜਿਹੜਾ ਮੇਰੇ ਅੰਦਰ ਪੋਲਿਟਿਕਸ ਦਾ ਕੀੜਾ ਸੀ ਉਹਨੂੰ ਦੱਸਿਆ ਕਿ ਨਹੀਂ, ਸਭ ਤੋਂ ਪਹਿਲਾਂ ਉਹ ਚੀਜ਼ਾਂ ਜ਼ਿਆਦਾ ਧਿਆਨ ਮੰਗ ਰਹੀਆਂ ਨੇ। ਸੋ ਆਈ ਵਾਜ਼ ਫੋਕਸਿੰਗ ਮੋਰ ਔਨ ਦੈਟ। ਤੇ ਹੁਣ ਕੁਝ ਦੇਰ ਤੋਂ ਮਨ ਦੇ ਵਿੱਚ ਚੱਲ ਰਿਹਾ ਸੀ ਕਿ ਆਈ ਸ਼ੁਡ ਕਮ ਅਪ ਵਿਦ ਮਾਈ ਗਰੁੱਪ, ਜਿਹੜਾ ਸਾਡਾ ਹਾਈਕਿੰਗ ਦਾ ਗਰੁੱਪ ਹੈ। ਤੇ ਉਹ ਲੋਕ ਜਿਹੜੇ ਕਿ ਮੈਨੂੰ ਐਂ ਵੀ ਕਹਿੰਦੇ ਨੇ ਕਿ ਉਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਘਰ ਬੈਠਿਆਂ ਨੂੰ ਮੈਂ ਪੰਗਾ ਦਵਾਤਾ। ਕੋਈ ਉਹਨਾਂ ਲਾਈਕ ਡਰੈਗਰ ਮੈਨੂੰ ਕਹਿੰਦੇ ਨੇ, ਉਹਨਾਂ ਚੋਂ ਕੋਈ ਮੈਨੂੰ ਮੋਟੀਵੇਟਰ ਵੀ ਕਹਿੰਦਾ, ਕੋਈ ਮੈਨੂੰ ਇੰਸਪੀਰੇਟਰ ਵੀ ਕਹਿੰਦਾ। ਸੋ ਲੈਟਸ ਸੀ ਕਿ ਅੱਜ ਮੈਂ ਗਰੁੱਪ ਨਾਲ ਮਿਲਾਉਂਦੀ ਹਾਂ ਤੁਹਾਨੂੰ ਤੇ ਅਸੀਂ ਗੱਲਬਾਤ ਕਰਦੇ ਹਾਂ। ਮੈਂ ਪਰਸਨਲੀ ਮੈਂ ਤੇ ਮੇਰੇ ਹਸਬੈਂਡ ਕਾਫੀ ਦੇਰ ਤੋਂ ਹਾਈਕਸ ਕਰ ਰਹੇ ਹਾਂ, ਪਰ ਜਿਵੇਂ ਕਹਿੰਦੇ ਨਾ ਕਿ ਕਰੋਨਾ ਸਭ ਲਈ, ਸਾਡੇ ਸਾਰਿਆਂ ਦੇ ਲਈ ਉਹਨੇ ਸਾਰੀ ਜ਼ਿੰਦਗੀ ਚੇਂਜ ਕਰਤੀ, ਬਟ ਸਾਡੇ ਵਾਸਤੇ ਉਹ ਇੱਕ ਬਲੈਸਿੰਗ ਇਨ ਡਿਸਗਾਈਜ਼ ਬਣ ਕੇ ਆਇਆ। ਉਹ ਜਿਹੜੀਆਂ ਲੇਡੀਜ਼ ਜਿਨ੍ਹਾਂ ਦੇ ਉੱਪਰ ਮੈਂ ਬੜੀ ਦੇਰ ਦਾ ਵਰਕ ਕਰ ਰਹੀ ਸੀ ਕਿ ਉਹ ਵੀ ਸਾਡੇ ਹਾਈਕਿੰਗ ਦਾ ਗਰੁੱਪ ਜੁਆਇਨ ਕਰਨ, ਕਿਉਂਕਿ ਆਈ ਵਾਜ਼ ਦ ਓਨਲੀ ਵਿਮਨ ਇਨ ਦੈਟ ਗਾਇਜ਼, ਆਈ ਵਾਜ਼ ਦ ਕੁਈਨ ਇਨ ਦੈਟ ਗਰੁੱਪ। ਤੇ ਸੋ ਮੈਨੂੰ ਸੀਗਾ ਕਿ ਮੈਂ ਲੇਡੀਜ਼ ਨੂੰ ਮੋਟੀਵੇਟ ਕਰਾਂ, ਲੈ ਕੇ ਆਵਾਂ, ਬਟ ਉਵੇਂ ਟਾਈਮ ਨਹੀਂ ਸੀ ਮਿਲ ਰਿਹਾ। ਸੋ ਜਦ ਕੋਵਿਡ ਦਾ ਫਸਟ ਲੋਕਡਾਊਨ ਹੋਇਆ, ਦੈਨ ਆਈ ਹੈਡ ਦੈਟ ਮਚ ਟਾਈਮ ਕਿ ਮੈਂ ਉਹਨਾਂ ਨੂੰ ਜਿਹੜੇ ਕਾਊਚ ਪੋਟੇਟੋ ਜਾਂ ਜਿਹੜੇ ਥੋੜੀਆਂ ਜਿਹੀ ਲੇਜ਼ੀ, ਸਮਟਾਈਮਸ ਹੁੰਦਾ ਸਭ ਦੇ ਅੰਦਰ ਉਹ ਚੀਜ਼ ਹੁੰਦੀ ਹੈ ਕਿ ਵੀ ਹੈਵ ਟੂ ਡੂ ਸਮਥਿੰਗ, ਬਟ ਕੁਛ ਇੱਕ ਪਿੱਛੋਂ ਫੋਰਸ ਚਾਹੀਦੀ ਹੁੰਦੀ ਹੈ। ਸੋ ਟਾਈਮ ਇਜ਼ ਅ ਫੋਰਸ, ਤੇ ਉਸ ਟਾਈਮ ਆਈ ਹੈਡ ਟਾਈਮ ਤੇ ਫੋਰਸ ਮੈਂ ਆਪਣੇ ਕੋਲ ਜ਼ੂਮ ਦੀ ਉਸ ਟਾਈਮ ਆ ਗਈ ਸੀ। ਸੋ ਵੀ ਸਟਾਰਟਡ ਸਮ ਆਫ ਦ ਥਿੰਗਸ। ਤੇ ਅੱਜ ਮੈਂ ਆਪਣੇ ਉਸ ਗਰੁੱਪ ਦੇ ਨਾਲ ਤੁਹਾਨੂੰ ਇੰਟਰੋਡਿਊਸ ਕਰਵਾਉਣੀ ਆ। ਉਸ ਗਰੁੱਪ ਦੇ ਵਿੱਚ ਇੱਕ ਤਾਂ ਮੇਰੇ ਹਸਬੈਂਡ ਹੀ ਨੇ ਤੇ ਹੀ ਵਿਲ ਬੀ ਟਾਕਿੰਗ ਲੋਟਸ bad about me. ਅੱਛਾ, ਉਸ ਤੋਂ ਬਾਅਦ ਮਾਈ ਵੈਰੀ ਸਵੀਟ ਫਰੈਂਡ ਰੂਪ ਖੇਰਾ, ਤੇ ਉਸ ਤੋਂ ਬਾਅਦ ਗੋਲਡੀ ਸੇਖੋਂ ਐਂਡ ਅਵਿਨਾਸ਼ ਸੇਖੋਂ, ਦੋਨੇ ਹਸਬੈਂਡ ਵਾਈਫ ਨੇ। ਤੇ ਜਾਂ ਅੱਜ ਤੁਸੀਂ ਬੜਾ ਇੰਜੋਏ ਕਰੋਗੇ ਕਿਉਂਕਿ ਕੁਝ ਕਪਲਸ ਵੀ ਨੇ, ਕਿਵੇਂ ਇੱਕ ਦੂਜੇ ਤੇ ਨੋਕ ਝੋਂਕ ਵੀ ਹੋਣੀ ਹੈ। ਤੇ ਵੀ ਵਿਲ ਬੀ ਟੇਕਿੰਗ ਯੂ ਟੂ ਦੈਟ ਹਾਈਟਸ ਜਿਹੜੀਆਂ ਅਸੀਂ ਟ੍ਰੇਲਸ ਦੇ ਨਾਲ ਅਸੀਂ ਪਿਆਰ ਪਾ ਕੇ ਉਹਨਾਂ ਹਾਈਟਸ ਤੇ ਪਹੁੰਚੇ। ਸੋ ਤੇ ਲਾਸਟ ਬਟ ਨਾਟ ਦ ਲੀਸਟ, ਸਾਡੀ ਬੜੀ ਸਵੀਟ ਹਾਈਕਿੰਗ ਫਰੈਂਡ, ਤੇ ਉਹ ਸਾਡੀ ਮਾਸੀ ਵੀ ਲੱਗਦੀ ਹੈ ਤੇ ਹੁਣ ਅਸੀਂ ਉਹਨੂੰ ਜਗਤ ਮਾਸੀ ਬਣਾਤਾ, ਰਮਨ ਸਮਰਾ himself, another hiker. Just wanna say hi. He's here. I like to say hi ਸਾਰੇ ਜਾਣਿਆਂ ਨੂੰ। Yeah, he is always ahead in the line. ਬ੍ਰੈਡ ਸਾਹਿਬ, ਤੁਸੀਂ ਦੱਸੋ ਕਿ ਹਾਊ ਇਜ਼ ਯੋਰ ਐਕਸਪੀਰੀਅੰਸ? ਮੈਂ ਤਾਂ ਲੜਾਈ ਤੋਂ ਡਰਦਾ ਹੀ ਜਿਹੜਾ ਹੈਗਾ ਹਾਈਕ ਸ਼ੁਰੂ ਕਰ ਲਈਆਂ, ਕਿਉਂਕਿ ਨਹੀਂ ਤਾਂ ਘਰੇ ਰੋਜ਼ ਕਿਚ ਹੁੰਦੀ ਸੀਗੀ। ਹੁਣ ਇਹ ਹੁੰਦਾ ਹੈ ਕਿ ਜੇ ਸੈਟਰਡੇ ਹਾਈਕ ਜਾਣਾ ਹੁੰਦਾ ਤੇ ਫਰਾਈਡੇ ਲੰਘ ਜਾਂਦਾ ਤਿਆਰੀ ਕਰਨ, ਸੋ ਲੜਾਈ ਨਹੀਂ ਹੁੰਦੀ ਗੀ। ਤੇ ਸੈਟਰਡੇ ਹਾਈਕ ਹੁੰਦੀ, ਫਿਰ ਉਸ ਦਿਨ ਤਾਂ ਲੜਾਈ ਹੋਣੀ ਕੀ ਆ। ਤੇ ਆ ਕੇ ਸੰਡੇ ਨੂੰ ਸਾਰੇ ਟਾਇਰਡ ਹੁੰਦੇ ਆ, ਇਸ ਕਰਕੇ ਲੜਾਈ ਨਹੀਂ ਹੁੰਦੀ। ਤੇ ਬਾਕੀ ਤਾਂ ਲੜਾਈ ਨਹੀਂ ਹੁੰਦੀ ਕਿਉਂਕਿ ਮੈਂ ਕਹਿੰਦਾ ਹੈਗਾ ਭਾਈ ਜੇ ਮੈਨੂੰ ਲੜੀ ਤਾਂ ਮੈਂ ਹਾਈਕ ਤੇ ਨਹੀਂ ਜਾਣਾਗਾ। ਸੋ ਇਸ ਕਰਕੇ ਘਰ ਦੇ ਵਿੱਚ ਸ਼ਾਂਤੀ ਰਹਿੰਦੀ ਹੈ। ਤੇ ਬਾਕੀ ਆਫ ਕੋਰਸ ਬਹੁਤ ਬੈਨੀਫਿਟਸ ਹੈਗੇ ਇਹਦੇ, ਐਂਡ ਆਈ ਲਵ ਇਟ। ਆਈ ਥਿੰਕ ਦੈਟ ਇਜ਼ ਦੋਜ਼ ਟੂ ਰੀਜ਼ਨਸ। ਮੈਨੂੰ ਲੱਗਿਆ ਵੀ ਐਗਰੀ ਹਰ ਵੀਕ ਮੈਂ ਜਾਂਦਾ ਸੀਗਾ। ਇੱਕ ਤੇ ਸੀਗਾ ਕਿ ਆਈ ਵਾਜ਼ ਚੈਲੰਜਿੰਗ ਮਾਈ ਬੋਡੀ, ਦੂਜਾ ਮੈਨੂੰ ਇਹ ਲੱਗਿਆ ਵੀ ਉੱਥੇ ਜਾ ਕੇ ਤੁਹਾਡਾ ਫੋਨ ਨਹੀਂ ਵੱਜਦਾ। ਐਂਡ ਲੱਕੀਲੀ ਮੇਰੀ ਵਾਈਫ ਮੇਰੇ ਨਾਲ ਨਹੀਂ ਜਾ ਰਹੀ ਸੀ, ਤਾਂ ਆਈ ਵਾਜ਼ ਮਤਲਬ ਜਿਹੜਾ ਉਹ ਮਿਊਜ਼ਿਕ ਹੁੰਦਾ ਸੀ ਨਾ, ਜਿਹੜਾ ਹੋ ਮਾਈ ਗॉड ਵਾਟ ਆਮ ਸੇਇੰਗ, ਹੈ ਨਾ। But anyway, it is all fun. But the phone was not ringing. ਜਿਹੜਾ ਮੈਨੂੰ ਲੱਗੇ ਨਾ ਵੀ ਜਿਹੜਾ ਤੁਹਾਨੂੰ ਇੱਕ ਦਿਨ ਆਪਣੇ ਵਾਸਤੇ ਮਿਲਦਾ ਆ ਕਿ ਤੁਹਾਨੂੰ ਦੁਨੀਆ ਬੋਦਰ ਨਹੀਂ ਕਰ ਰਹੀ, ਕਿਉਂਕਿ ਤੁਹਾਡੀ ਪ੍ਰਾਈਵੇਸੀ ਅੱਜ ਦੀ ਤਰੀਕ 'ਚ ਸਿਰਫ 10 ਡਿਜਿਟ ਅਵੇ ਹੈ।
somebody can disturb your day just with one call. But at least ਮੈਨੂੰ ਇਹ ਲੱਗਿਆ ਵੀ that Saturday belongs to me. And though I hate cold, I still hate cold, but मैं hikes से जाना शुरू किया. मेरे को proper gears भी नहीं सीखे. देख दुख के पता लग गया भी आ चीज ले लो, आ चीज की लोड पैंदी है. Though I still don't have my hiking poles, and I don't need it, as I know that I'm the most youngest. You have a big danda. Yeah, you have a big danda. ਉਹਦੀ ਵੀ ਗੱਲ ਕਰਾਂਗੇ. Youngest kid among the oldest people, right, Brad Saab? ਬਿਲਕੁਲ ਸਹੀ ਗੱਲ ਹੈ ਜੀ. But again, overall experience ਮੇਰਾ ਬਹੁਤ ਵਧੀਆ ਆ. ਮੈਨੂੰ ਇਹ ਲੱਗਿਆ ਕਿ ਕੁਝ ਚੀਜ਼ਾਂ ਜਿਹੜੀਆਂ ਮੈਨੂੰ ਬਹੁਤ ਪਹਿਲਾਂ ਕਰਨੀਆਂ ਚਾਹੀਦੀਆਂ ਸੀ, ਸ਼ੁਰੂ ਕਰਨੀਆਂ ਚਾਹੀਦੀਆਂ ਸੀ, ਸ਼ੁਰੂ ਕੀਤੀਆਂ, ਲੇਟ ਕੀਤੀਆਂ, but I'm still very happy with the group. ਅੱਜ ਜਿਹੜੀ ਹਾਈਕ ਤੇ ਹੁਣ ਅਸੀਂ ਲੈ ਕੇ ਜਾ ਰਹੇ ਹਾਂ, ਅਸੀਂ ਕਰਦੇ ਅਸੀਂ ਛੋਟੀਆਂ ਵੱਡੀਆਂ ਹਾਈਕਸ, ਅਸੀਂ ਮੈਂ ਥੋੜੀਆਂ ਜੀਆਂ ਹਾਈਕਸ ਦੱਸਦੀ ਹਾਂ, ਅਸੀਂ ਸਾਰਿਆਂ ਨੇ ਇਕੱਠੀਆਂ ਨੇ ਕਿਹੜੀਆਂ ਕੀਤੀਆਂ. ਬੈਰੀਅਰ ਲੇਕ, ਰੋਸਨ ਲੇਕ, ਅਪਰ ਲੇਕਸ, ਰਿਬਨ ਫਾਲਸ, Horseshoe Canyon, Drumheller ਦੀ ਲਾਰਚ ਵੈਲੀ, ਸੈਂਟੀਨਲ ਪਾਸ, ਬੋਰਜੂ ਲੇਕ ਐਂਡ ਹਾਰਵੀ ਪਾਸ, ਪ੍ਰੇਰੀ ਮਾਊਂਟੇਨ 2 ਵਾਰ ਕੀਤੀ, ਲੇਕ ਓਹਾਰਾ, oh that was amazing, and Raman Samra, we were there, Lake Ohara. Plains of 6 glaciers and Elbow Falls and Ray Glacier, Jewel Pass and Prairie View, Lake Annette through Paradise Valley, and then Giant Steps, Chester Lake up to Elephant Rock. Oh bhi bahut ਔਖੀ ਹਾਈਕ ਸੀ. ਮਾਊਂਟੇਨ ਯਮਨੁਸਕਾ, ਮਾਊਂਟ ਯਮਨੁਸਕਾ ਦੇ ਵਿੱਚ ਜਿਸ ਦਿਨ ਅਸੀਂ ਗਏ ਸੀ ਉਦੋਂ ਹੀ ਉੱਥੇ ਇੱਕ ਚਾਈਨੀਜ਼ ਲੇਡੀ ਦੀ ਡੈਥ ਹੋਈ ਉੱਥੋਂ ਗਿਰ ਕੇ. ਉਸ ਤੋਂ ਬਾਅਦ ਇੱਕ ਹੋਰ, ਉਹ ਵੀ ਬਹੁਤ ਚੈਲੰਜਿੰਗ ਹਾਈਕ ਸੀ. ਸੋ ਉਸ ਤੋਂ ਬਾਅਦ ਉਹ ਹਾਈਕ ਕਾਫੀ ਦੇਰ ਵਾਸਤੇ ਬੰਦ ਕਰਤੀ ਸੀ. ਦੈਨ ਵੀ ਵੈਂਟ ਟੂ ਨਿਹਾਈ ਰਿਜ, ਫਿਸ਼ ਕ੍ਰੀਕ, ਯੇਟਸ ਮਾਊਂਟੇਨ ਵਾਇਆ ਪ੍ਰੈਰੀ ਮਾਊਂਟੇਨ, ਬ੍ਰੈਕ ਕ੍ਰੀਕ ਦੀਆਂ ਜਿੱਦਨ ਵੈਦਰ ਖਰਾਬ ਹੁੰਦਾ ਸੀਗਾ, ਬ੍ਰੈਕ ਕ੍ਰੀਕ ਐਂਡ ਫਿਸ਼ ਕ੍ਰੀਕ, ਵੀ ਲਵ ਦੈਟ. ਐਂਡ ਐਜ਼ ਗੋਲਡੀ ਟੋਲਡ ਯੂ ਤੇ ਫਸਟ ਟਾਈਮ ਫਿਸ਼ ਕ੍ਰੀਕ ਦੀ ਹਾਈਕ 'ਚ ਅਸੀਂ ਮਿਲੇ ਸੀ ਕਿਉਂਕਿ ਉਦੋਂ ਠੰਡ ਬਹੁਤ ਸੀ. ਦੈਨ ਗ੍ਰੋਟੋ ਕੈਨੀਅਨ, ਟਨਲ ਮਾਊਂਟੇਨ, ਸਲਫਰ ਮਾਊਂਟੇਨ ਮੈਂ 2 ਵਾਰ ਕੀਤੀ, 2-3 ਵਾਰ ਕੀਤੀ ਹੈ. ਐਂਡ ਯੈਸ, ਦੈਨ ਸਾਰੇ ਹਾਈਕਸ ਦਾ ਰਾਜਾ King Creek. Talk of the town. Yeah, that's right. That's Shreer just joined us here. ਹਾਂਜੀ, ਹਾਈ ਲਖਵੀਰ ਜੀ. ਹਾਈਕ ਬਾਰੇ ਦੱਸਣਾ ਚਾਹਣਾ, ਜਿਵੇਂ ਆਪਾਂ ਹਾਈਕ ਵਗੈਰਾ ਕਿਵੇਂ ਜਿਹੜਾ ਸਟਾਰਟ ਕੀਤਾ ਸੀ ਆਪਾਂ. ਅੱਛਾ, ਠੀਕ ਹੈ, ਤੁਸੀਂ ਸਾਨੂੰ ਬੈਕ ਤੇ ਲੈ ਕੇ ਜਾਓਗੇ ਹੁਣ. ਹਾਂ, ਮੈਂ ਤੁਹਾਨੂੰ ਬੈਕ ਤੇ ਲੈ ਕੇ ਆਣਾ, ਕਿਉਂਕਿ ਪਹਿਲਾਂ ਮੈਂ ਦੇਖ ਰਿਹਾ ਸੀ ਤੁਹਾਨੂੰ ਸਾਰਿਆਂ ਨੂੰ ਵੀ ਕੌਣ ਕੀ ਕਿੱਧਰ ਨੂੰ ਜਾ ਰਹੀ ਕਹਾਣੀ ਤੇ ਕੀ. ਹਾਂਜੀ, ਪਰ ਤੁਸੀਂ ਸਮਰਾਈਜ਼ ਕਰਿਓ. ਹਾਂਜੀ, ਮੈਂ ਬਸ ਇੰਨਾ ਹੀ ਕਹਿਣਾ ਹੈਗਾ ਵੀ ਜਿਵੇਂ ਹੁਣ ਹਾਈਕ ਤੇ ਜਾਈਦਾ, ਬਸ ਇਹਦੇ ਵਿੱਚ ਇਹ ਹੁੰਦਾ ਜਿਹੜਾ 5 ਦਿਨ ਕੰਮ ਕਰਨਾ ਹੁੰਦਾ ਨਾ, ਉਹਦੇ ਵਿੱਚ ਉਹ ਇਸੇ ਦੇ ਵਿੱਚ ਹੀ ਕੰਮ ਕਰ ਜਾਈਦਾ ਵੀ 6ਵੇਂ ਦਿਨ ਨੂੰ ਅਸੀਂ ਹਾਈਕ ਦੇ ਉੱਤੇ ਜਾਣਾ ਹੈ. ਉਹ ਇੰਨੀ ਜ਼ਿਆਦਾ ਉਹਦੀ ਐਕਸਾਈਟਮੈਂਟ ਰਹਿੰਦੀ ਹੈਗੀ ਹੈ ਜੀ. ਤੇ ਉਦੋਂ ਇੱਕ ਦਿਨ ਪਹਿਲਾਂ ਪੂਰੀ ਤਿਆਰੀ ਕਰ ਲਈਦੀ ਹੈਗੀ ਵੀ ਵੀ ਆਰ ਰੈਡੀ ਟੂ ਗੋ. ਤੇ ਉਸ ਤੋਂ ਬਾਅਦ ਜਦੋਂ ਬੈਠ ਕੇ ਫਨ ਵਗੈਰਾ ਕਰੀਦਾ ਹੈਗਾ, ਅੱਗ ਬਾਲ ਕੇ ਬੈਠੀਦਾ ਹੈਗਾ, ਉਹ ਸਾਰੀ ਥਕਾਵਟ ਤੁਹਾਡੀ ਲਾ ਦਿੰਦਾ ਹੈਗਾ ਵੀ ਇਟਸ ਰੀਅਲੀ ਗੁੱਡ. ਉਸ ਤੋਂ ਬਾਅਦ ਅਗਲੀ ਹਾਈਕ ਵਾਸਤੇ ਫਿਰ ਰੈਡੀ ਹੋ ਜਾਈਦਾ ਹੈ. ਅਗਲੇ ਵਰਕ ਵੀਕ ਦੇ ਲਈ ਵੀ ਰੈਡੀ ਹੋ ਜਾਂਦਾ. ਹਾਂਜੀ, ਤੇ ਹੁਣ ਮੈਂ ਆਉਣਾ ਕਿੰਗ ਕ੍ਰੀਕ ਰਿਜ ਹਾਈਕ ਬਾਰੇ ਦੱਸਣਾ ਚਾਹਣਾ. ਉਹਦਾ ਨਾਂ ਚੇਂਜ ਕਰਕੇ ਨਾ ਕਿੰਗ ਕ੍ਰੀਕ ਨਹੀਂ, ਹੁਣ ਕਿੰਗ ਸਿਆਪਾ ਰੱਖ ਲਓ. ਹਾਂਜੀ, ਤੇ ਹੁਣ ਜਿਵੇਂ ਜਿਹੜੇ ਹਿਸਾਬ ਨਾਲ ਉੱਥੇ ਇਨਸੀਡੈਂਟ ਵਗੈਰਾ ਦੇ ਗੋ ਥਰੂ ਹੋਏ ਆਪਾਂ, ਉਹ ਮੇਰੇ ਸਾਹਮਣੇ ਹੋਣ ਦੇ ਮੇਰੇ ਤਾਂ ਸਾਹਮਣੇ ਜਦੋਂ ਹੋਇਆ ਤੇ ਮੈਂ ਤਾਂ ਉਸ ਤੋਂ ਬਹੁਤ ਜ਼ਿਆਦਾ ਹਿੱਲ ਗਿਆ ਉਹਦੇ ਹਿਸਾਬ ਨਾਲ ਵੀ. ਉਹ ਇਟਸ ਨਾਟ ਲਾਈਕ ਦੈਟ ਵੀ ਉਹ ਜਿਹਾ ਗਾਉਣ ਨਹੀਂ ਇਹੋ ਜਿਹਾ ਕੁਝ ਵੀ ਹੋਣਾ ਚਾਹੀਦਾ ਹੈਗਾ. ਤੇ ਬਟ ਐਵਰੀਬਾਡੀ ਵਾਸ ਸੇਫ ਤੇ ਆਪਾਂ ਸਾਰੇ ਉਵੇਂ ਸਾਰਾ ਠੀਕ ਰਿਹਾ ਕੰਮ. ਅੱਛਾ, ਮੈਂ ਕਿੰਗ ਕ੍ਰੀਕ ਦੀ ਥੋੜੀ ਜਿਹੀ ਗੱਲ ਕਰਨੀ ਚਾਹੁੰਦੀ ਹਾਂ ਕਿ ਕਿਵੇਂ ਅਸੀਂ ਜਿਹੜੀ ਆ ਗੱਲ ਬਣਾ ਰਹੇ ਹਾਂ, ਤੁਹਾਨੂੰ ਵੀ ਸਾਰਿਆਂ ਨੂੰ ਪੋਡਕਾਸਟ ਦੇਖਣ ਵਾਲਿਆਂ ਨੂੰ ਲੱਗਦਾ ਕਿ ਕੀ ਕਨਸਪੀਰੇਸੀ ਜੀ ਕਰ ਰਹੇ ਹਾਂ. ਸੋ ਕੀ ਸੀ ਕਿੰਗ ਕ੍ਰੀਕ ਦੀ ਹਾਈਕ ਅਸੀਂ 9 o'clock ਸਟਾਰਟ ਕੀਤੀ ਤੇ ਸਾਡਾ ਪਲਾਨ ਸੀਗਾ ਕਿ ਅਸੀਂ 2 ਵਜੇ ਥੱਲੇ ਆ ਜਾਣਾ. ਤੇ ਉਸ ਤੋਂ ਬਾਅਦ ਅਸੀਂ 2-3 ਘੰਟੇ ਆਪਣਾ ਜਿਹੜਾ ਅਸੀਂ ਬੌਨਫਾਇਰ ਕਰਕੇ, ਫਾਇਰ ਪਿਟ ਲਾ ਕੇ ਆਪਣਾ ਅਸੀਂ ਲੰਚ ਫੂਡ ਵਗੈਰਾ ਖਾਂਦੇ ਹੁੰਦੇ ਹਾਂ. ਅਸੀਂ ਫੂਡ ਖਾ ਕੇ ਤੇ ਪਲੈਨਿੰਗ ਸੀ ਕਿ 6 ਵਜੇ ਨੂੰ ਘਰ ਆ ਜਾਣਾ, ਕਿਉਂਕਿ ਕਿੰਗ ਕ੍ਰੀਕ ਦੀ ਜਿਹੜੀ ਹਾਈਕ ਸੀ ਉਹ ਜ਼ਿਆਦਾ ਲੰਬੀ ਨਹੀਂ ਸੀ. ਦੈਟ ਇਜ਼ ਓਨਲੀ 7.5K. ਤੇ ਚਲੋ ਘਰਦਿਆਂ ਨੂੰ ਵੀ ਕਹਿ ਕੇ ਗਏ ਕਿ ਹਾਂਜੀ ਬਸ ਆ ਜਾਣਾ ਅਸੀਂ 6 ਵਜੇ ਤੱਕ. ਬੋਬੀ ਕਹਿੰਦੇ ਕਿ ਪਾਪਾ ਹੋ ਸਕਦਾ 7 ਵਜੇ ਤੱਕ ਆ ਜਾਈਏ. ਸੋ ਉੱਥੇ ਕੀ ਹੋਇਆ, ਸਾਡੇ ਨਾਲ ਫਸਟ ਐਕਸੀਡੈਂਟ ਹੋਇਆ
ਐਕਚੁਅਲੀ ਫਸਟ ਇਨਸੀਡੈਂਟ ਹੋਇਆ ਕਿ ਸਾਡੇ ਗਰੁੱਪ ਦੇ ਵਿੱਚ ਇੱਕ ਹਾਂਜੀ ਐਕਸੀਡੈਂਟ ਤਾਂ ਬਾਅਦ ਚ, ਉਸ ਤੋਂ ਪਹਿਲਾਂ ਆਪਾਂ ਫਨ ਵੀ ਕੀਤਾ ਯਾ ਕਿੰਨਾ ਵਧੀਆ ਵਿਊ ਸੀ ਉਹਦੇ ਉੱਤੇ, ਰਿਜ ਦਾ ਵੀ ਹੈਗਾ, ਦੋਨੋਂ ਸਾਈਡਸ ਦਾ ਵਿਊ ਸੀਗਾ। ਯੈਸ ਆਈ ਐਗਰੀ। ਸਭ ਤੋਂ ਪਹਿਲਾਂ ਚੜਨ ਲੱਗੀ ਕੋਈ ਪ੍ਰੋਬਲਮ ਨਹੀਂ ਆਈ। ਯੈਸ ਯਾ ਅਮਨ, ਤੁਸੀਂ ਅਮਨ ਕੈਨ ਟਾਕ ਔਨ ਦੈਟ, ਕਿਉਂਕਿ ਇਟ ਵਾਸ ਐਕਚੁਅਲੀ ਵਨ ਆਫ ਦੀ ਮੋਸਟ ਬਿਊਟੀਫੁਲ ਹਾਈਕਸ, ਠੀਕ ਹੈ ਨਾ, ਕਿਉਂਕਿ ਇਹਦੇ ਵਿੱਚ ਤੁਹਾਨੂੰ 360 ਡਿਗਰੀ ਵਿਊ ਹੈ, ਦੋਨੋਂ ਪਾਸੇ ਦੀ ਵੈਲੀ ਹੈਗੀ ਹੈ। ਬਟ ਇੱਕ ਚੀਜ਼ ਹੈ ਜਿਹੜੀ ਨੋਟਿਸ ਕਰਨ ਵਾਲੀ ਸੀਗੀ ਕਿ ਜਿਹੜਾ ਉੱਤੇ ਰਿਜ ਸੀਗੀ ਉਹ ਬੜੀ ਨੈਰੋ ਸੀ, 2.5 ਤੋਂ 3 ਫੁੱਟ ਚੌੜੀ ਹੀ ਸੀਗੀ, ਜਿਹਦੇ ਉੱਤੇ ਆਪਾਂ ਵਾਕ ਕਰ ਰਹੇ ਸੀਗੇ। ਉਹ ਸ਼ਾਇਦ ਆਪਾਂ ਸਮਰ ਦੇ ਵਿੱਚ ਨਾ ਵਾਕ ਕਰ ਸਕਦੇ ਜੇ ਆਪਾਂ ਨੀਚੇ ਆਪਾਂ ਨੂੰ ਸਲੋਪ ਦੇਖਦੇ, ਬਟ ਹੁਣ ਵਿੰਟਰ ਦੇ ਵਿੱਚ ਆਸੇ-ਪਾਸੇ ਸਨੋ ਭਰੀ ਹੋਣ ਕਰਕੇ ਆਪਾਂ ਨੂੰ ਇਲੂਜਨ ਸੀਗਾ ਕਿ ਆਪਾਂ ਸੇਫ ਹੈ, ਤੇ ਆਪਾਂ ਉਸ ਤੇ ਤੁਰੇ ਗਏ, ਠੀਕ ਹੈ। ਆਪਾਂ 1.5 ਕਿਲੋਮੀਟਰ ਉੱਪਰ ਜਿਹੜੀ ਉਹ ਵਾਕ ਸੀਗੀ, that was very beautiful walk, but it was very dangerous in itself, ਠੀਕ ਹੈ ਨਾ। ਸੋ ਉੱਪਰ ਗਏ ਆ, it was quite steep, ਆਪਾਂ ਨੂੰ 3.5-4 ਕਿਲੋਮੀਟਰ ਸੀਗਾ, ਜਿਹੜਾ 4 ਕਿਲੋਮੀਟਰ ਆਪਾਂ ਉੱਪਰ ਗਏ ਆ। ਸੋ and about 1 ਕਿਲੋਮੀਟਰ ਦੇ ਕਰੀਬ ਉਹਦੀ ਜਿਹੜੀ ਸੀਗੀ ਐਲੀਵੇਸ਼ਨ ਸੀਗੀ, about 900 some meters, but it was beautiful, but things start changing ਜਦੋਂ ਆਪਾਂ ਥੱਲੇ ਉਤਰੇ। ਓਕੇ, ਇੱਥੇ ਮੈਂ ਦੱਸਣਾ ਚਾਹੁੰਦੀ ਕਿ ਜਦ ਅਸੀਂ ਥੱਲੇ ਉਤਰ ਰਹੇ ਸੀਗੇ, ਆਲਵੇਜ਼ ਜਦ ਅਸੀਂ ਡਿਸੈਂਡ ਕਰਦੇ ਆ, ਸਾਡੇ ਵਿੱਚੋਂ ਰੂਪ ਖਹਿਰਾ ਇਜ਼ ਵਨ ਜਿਨ੍ਹਾਂ ਨੇ ਕੀ ਕਰਨਾ, ਓਕੇ ਫੂਡ ਫਿਨਿਸ਼ ਕੀਤਾ ਕਿ ਮੈਂ ਥੋੜਾ ਜਿਹਾ ਸਲੋ ਚੱਲਦੀ ਕਿ ਮੈਂ ਤੁਰਨਾ ਸ਼ੁਰੂ ਕਰਦਾ। ਇਹਨਾਂ ਨੇ ਆਪਣਾ ਤੁਰਨਾ ਸ਼ੁਰੂ ਕਰਦਾ। ਅਸੀਂ ਉੱਪਰੋਂ ਕਈ ਜਾਣਿਆਂ ਕੋਲ ਨਾ ਉਦਨ 2 ਨਵੇਂ ਜਾਣੇ ਸੀਗੇ, ਤੇ ਇੱਕ ਸਾਡੀ ਵੈਸੇ ਤਾਂ ਉਹ ਬਹੁਤ ਪ੍ਰੋ ਹਾਈਕਰ ਹੈ, ਪਰ ਉਦੋਂ ਉਹ ਆਪਣੇ ਹਾਈਕਿੰਗ ਜਿਹੜੇ ਆਪਣੇ ਮਾਈਕਰੋ ਸਪਾਈਕਸ ਰੌਂਗਸ ਲੈ ਆਈ, ਤੇ ਉਹਦੇ ਕਰਕੇ ਪਹਿਲਾਂ ਤਾਂ ਸਾਨੂੰ ਚੜ੍ਹਨ 'ਚ 2 ਘੰਟੇ ਲੇਟ ਹੋ ਗਏ ਸੀ, ਕਿਉਂਕਿ ਉਹਨਾਂ ਨੂੰ ਹੈਲਪ ਚਾਹੀਦੀ ਸੀ। ਸੋ ਜਿਹੜੇ ਅਮਨ ਤੇ 1-2 ਹੋਰ ਜਾਣੇ ਸਾਡੇ ਉਹ ਫਰੈਂਡ ਦੀ ਜਿਹੜੀ ਹਾਈਕਰ ਫਰੈਂਡ ਦੀ, ਮੈਂ ਨਾਮ ਨਹੀਂ ਲੈਣਾ ਹੈਗਾ, ਹਾਈਕਰ ਫਰੈਂਡ ਦੀ ਬਿਲਕੁਲ ਨਹੀਂ ਕਹਿਣਾ ਵੀ ਉਹ ਮਨਪ੍ਰੀਤ ਹੈ ਕਿ ਉਹਦੀ ਹੈਲਪ ਕਰ ਰਹੇ ਸੀ, ਇਸ ਲਈ 2 ਘੰਟੇ ਅਸੀਂ ਉੱਪਰ ਪਹੁੰਚਣ 'ਚ ਲੇਟ ਹੋ ਗਏ। ਤੇ ਇਸ ਮਾਮਲੇ ਦੇ ਵਿੱਚ ਨਾ ਕ੍ਰਿਸ਼ਨ ਜੀ ਸਾਡੇ ਜਿਹੜੇ ਸਾਡੇ ਗਾਈਡਿੰਗ ਸਟਾਰ ਆ, ਸਾਡੇ ਲੀਡਰ ਹੈ, ਉਹ ਬੜੇ ਗੁੱਡ ਹੈ। ਜੇ ਲੱਗ ਰਿਹਾ ਕਿ ਲੇਟ ਹੋ ਰਹੇ ਆ, ਉਹਨਾਂ ਨੂੰ ਜਲਦੀ ਲੰਚ ਸਾਡਾ ਫਾਸਟ ਕਰਾ ਕੇ ਚਲੋ ਜੀ ਸ਼ੁਰੂ ਕਰੋ। ਅਸੀਂ ਨੀਚੇ ਆ ਰਹੇ ਸੀ, ਤੇ ਰੂਪ ਇਜ਼ ਆਲਵੇਜ਼, ਜਦ ਵੀ ਅਸੀਂ ਡਿਸੈਂਡ ਕਰਦੇ ਆ, ਰੂਪ ਪਹਿਲਾਂ ਤੁਰਨਾ ਸ਼ੁਰੂ ਕਰ ਦਿੰਦੇ ਆ। ਤੇ ਇੱਕ ਪੁਆਇੰਟ ਤੇ ਮੈਂ ਉੱਪਰ ਖੜੀ ਸੀ, ਮੈਂ, ਮਨਪ੍ਰੀਤ, ਅਮਨ ਬਰਾੜ, ਰੇਨੂ ਕਾਲੋਂ ਐਂਡ ਰੂਪੀ ਖਹਿਰਾ ਦੇ ਹਸਬੈਂਡ, ਕਿਉਂਕਿ ਉਹ ਹੈਲਪ ਕਰ ਰਹੇ ਸੀਗੇ ਰੇਨੂ ਦੀ, ਤੇ ਅਮਨ ਹੈਲਪ ਕਰ ਰਹੇ ਸੀ ਮਨਪ੍ਰੀਤ ਦੀ, ਤੇ ਮੈਂ ਦੇਖ ਰਹੀ ਸੀ ਕਿ ਹੈਲਪ ਕਿਵੇਂ ਹੋ ਰਹੀ ਹੈ, ਰਾਈਟ ਜੀ, ਠੀਕ ਹੋ ਰਿਹਾ, ਸਾਰੇ ਮੇਰੇ ਆਲੇ ਦੁਆਲੇ ਕੰਮ ਕਰ ਤੇ ਸੁਪਰਵਾਈਜ਼ ਕਰ ਰਹੀ ਸੀ। ਮੈਂ ਉੱਥੋਂ ਦੇਖਿਆ ਕਿ ਰੂਪ ਵਾਸ ਗੋਇੰਗ ਡਾਊਨ, ਤੇ ਮੇਰੇ ਦਿਲ 'ਚ ਇੱਕਦਮ ਆਇਆ ਨਾ ਕਿ ਰੂਪ ਅੱਜ ਵੀ ਨਾ ਔਖੀ ਹਾਈਕ ਹੈ, ਅੱਜ ਵੀ ਨਾ ਹੀ ਤੁਰ ਪਈ, ਤੇ ਬਸ ਮੇਰੇ ਦਿਮਾਗ 'ਚ ਆਇਆ, ਤੇ ਉਸ ਤੋਂ ਬਾਅਦ ਤਾਂ ਫਿਰ ਥੋੜੀ ਦੇਰ ਬਾਅਦ ਪੜਾਕਾ ਹੀ ਸੁਣਿਆ। ਨਹੀਂ, ਫਿਰ ਰੂਪ ਤੁਰੀ ਨਹੀਂ, ਫਿਰ ਰੁੜ ਗਈ। ਤੇ ਰਮਨ ਸਮਰਾ ਨੂੰ ਰੂਪ ਨੇ ਕੀ ਕਿਹਾ ਸੀਗਾ? I like free fall. ਹਾਂਜੀ, she was ਸਭ ਤੋਂ ਅੱਗੇ, ਪਹਿਲਾਂ ਮੇਰੇ ਹਸਬੈਂਡ ਸੀ, ਫਿਰ ਮੈਂ ਪਿੱਛੇ ਸੀ, ਉਸ ਤੋਂ ਬਾਅਦ ਰੂਪ ਜੀ ਸੀ। ਮੈਂ ਰੂਪ ਜੀ ਨੂੰ ਕਿਹਾ ਕਿ ਰੂਪ ਜੀ ਮੈਨੂੰ ਥੋੜਾ ਜਿਹਾ ਡਰ ਲੱਗ ਰਿਹਾ, ਤੇ ਮੇਰੇ ਤੋਂ ਨਾ ਮੈਂ ਹੌਲੀ ਉਤਰੂੰਗੀ, ਤੁਸੀਂ ਮੇਰੇ ਤੋਂ ਅੱਗੇ ਹੋ ਜਾਓ। ਐਂਡ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਮੈਨੂੰ ਬੜਾ ਵਧੀਆ ਲੱਗਦਾ ਜਦੋਂ ਕਿਤੇ ਢਲਾਨ ਜੀ ਆਉਂਦੀ ਆ ਤੇ ਮੈਂ ਰੁਕ ਕੇ ਜਾਂਦੀ ਆ। Free fall. She said I like free falls. ਤੇ ਮੈਂ ਕਿਹਾ ਵੀ ਮੈਂ ਬਹੁਤ ਡਰੀ ਹੋਈ ਆ, ਤੁਸੀਂ ਅੱਗੇ ਚਲੇ ਜਾਓ। ਉਹ ਥੋੜੀ ਦੇਰ ਅੱਗੇ ਚੱਲੇ ਆ, ਤੇ ਉਦੋਂ ਬਾਅਦ ਚ ਤਾਂ ਫਿਰ ਉਹ ਅੱਗੇ ਚੱਲਦੇ ਨਹੀਂ, ਪੈਰ ਨਿਕਲ ਗਏ। ਉਹ ਤਾਂ ਜਿਵੇਂ ਮੈਂ ਇਹਦਾ ਮਿਡਲ ਦੇ ਵਿੱਚੋਂ ਸਟਾਰਟ ਵੀ ਦੇਖਿਆ ਨਾ, ਤੇ ਐਂਡ ਵੀ ਦੇਖਿਆ, ਤੇ ਜਦੋਂ ਮੇਰੇ ਕੋਲ ਦੀ ਸਪੀਡ ਫੁੱਲ ਸਪੀਡ ਤੇ ਲੰਘੇ ਉਹ ਵੀ ਦੇਖਿਆ ਮੈਂ। ਤਕਰੀਬਨ ਇਹਨਾਂ ਦੀ ਜਿਹੜੀ ਹੈਗੀ ਨਾ ਬੇਸਿਕਲੀ ਅਨਪਲੈਨਡ, ਅਨਗਾਈਡਡ ਤੇ ਅਨਸਕ੍ਰਿਪਟਡ ਸਲਾਈਡ ਅਬਾਊਟ 100 ਮੀਟਰਸ ਦੀ ਸਲਾਈਡ ਸੀ ਇਹਨਾਂ ਦੀ ਮੇਰੇ I think about 40-50 feet. ਹਾਂਜੀ, yes, okay, but yeah. it was ਤੇ ਉਹ ਇਹਨਾਂ ਨੇ ਤਾਂ ਦੇਖਿਆ, ਮਿਸਟਰ ਸਮਰਾ ਨੇ, ਲਖਵੀਰ ਸਮਰਾ, ਉਹਨਾਂ ਨੇ ਤਾਂ ਦੇਖਿਆ ਕਿ ਕਿਵੇਂ ਪਹਿਲਾਂ ਉਹਨਾਂ ਦਾ ਸਿਰ ਥੱਲੇ ਸੀ ਰੂਪ ਦਾ, ਉਸ ਤੋਂ ਬਾਅਦ ਬਾਏ ਦ ਗ੍ਰੇਸ ਆਫ ਗॉड ਤੇ ਸਿਰ ਮੁੜ ਗਿਆ ਤੇ ਉਧਰ ਹੋ ਗਏ। ਹੁਣ ਇੱਥੇ ਮੈਂ ਇੱਕ ਹੋਰ ਗੱਲ ਦੱਸਣਾ ਚਾਹੁੰਦੀ ਹਾਂ ਕਿ ਬੈਕ ਰੂਪ ਦੀ ਇਸ ਲਈ ਬਚ ਗਈ ਕਿਉਂਕਿ ਸ਼ੀ ਵਾਸ ਹੈਵਿੰਗ ਬੈਕ ਹਨਾ, ਤੇ ਚਲੋ
ਦੈਟ ਵਾਸ ਐਕਸੀਡੈਂਟ, ਇਹਨਾਂ ਨਾਲ ਨਹੀਂ ਹੋਇਆ। ਤੇ ਉਸ ਤੋਂ ਬਾਅਦ ਹਜੇ ਅਸੀਂ ਰੂਪ ਨੂੰ ਸੰਭਾਲ ਕੇ ਰੂਪ ਨਾਲ ਦੇਖ ਰਹੇ ਸੀ ਕਿ ਠੀਕ ਹੈ, ਤੇ ਇਹਨੇ ਨੂੰ ਫਿਰ ਰੇਨੂ ਗਿਰ ਗਈ ਉਸ ਤੋਂ ਬਾਅਦ, ਹਨਾ? ਨਹੀਂ ਹਜੇ ਰੇਨੂ ਨਹੀਂ ਗਿਰੀ ਸੀ ਜੀ, ਉੱਪਰੋਂ ਇੱਕ ਹੋਰ ਹਾਈਕਰ ਸੀਗਾ, ਠੀਕ ਹੈ, ਗੁਰਾ ਸੀਗਾ ਵਿਚਾਰਾ, ਉਹ ਤੋਂ ਆਉਂਦਾ ਸੀਗਾ, ਤਾਂ ਕੁਇੰਟਲ ਦਾ ਹੋਊਗਾ ਉਹ ਤੋਂ ਵਿਚਾਰਾ ਉਹ ਸਲਿਡ ਕਰ ਗਿਆ, ਉਹ ਆ ਕੇ ਰੇਨੂ ਦੇ ਵਿੱਚ ਵੱਜਿਆ, ਠੀਕ ਹੈ। ਉਹਦੇ ਨਾਲ ਬਾਕੀ ਕੀ ਹੋ ਗਿਆ, ਲੇਡੀਜ਼ ਫਰੀਜ਼ ਹੋ ਗਈਆਂ, ਡਰ ਗਈਆਂ ਕਾਫੀ, ਕਿਉਂਕਿ ਬਹੁਤ ਜ਼ਿਆਦਾ ਸਟੀਪ ਐਂਗਲ ਸੀ। ਮੈਂ ਨਹੀਂ ਡਰੀ, 45-50 ਡਿਗਰੀ ਐਂਗਲ ਸੀਗਾ ਉੱਥੇ। ਸੋ ਦੋ ਆਪਣੇ ਕੋਲ ਇਕਵਿਪਮੈਂਟ ਸੀ, ਸਾਰਿਆਂ ਕੋਲੇ ਚੰਗਾ ਇਕਵਿਪਮੈਂਟ ਸੀ, ਕਲੀਟਸ ਵਗੈਰਾ ਸੀਗੇ, ਬਟ ਇਟ ਵਾਸ ਵੈਰੀ ਵੈਰੀ ਸਟੀਪ। ਤੇ ਉਹ ਬਹੁਤ ਸਟੀਪ ਸੀ। ਤੇ ਬਾਕੀ ਕੀ ਹੋਇਆ, ਹੁਣ ਜਿਹੜੇ ਨਵੇਂ ਹਾਈਕਰ ਸੀਗੇ, ਜਦ ਰੂਪ ਦੇ ਗਿਰਨ ਤੋਂ ਬਾਅਦ, ਤੇ ਉਸ ਤੋਂ ਬਾਅਦ ਉਹ ਜਿਹੜਾ ਕੁਇੰਟਲ ਵਾਲਾ ਗੋਰੇ ਦੇ ਡਿੱਗਣ ਤੋਂ ਬਾਅਦ, ਫਿਰ ਉਸ ਤੋਂ ਬਾਅਦ ਪੰਮੀ ਜੀ ਵੀ, ਹਾਂਜੀ ਪੰਮੀ ਟੂ, ਹਾਂਜੀ ਪੰਮੀ ਵੀ ਗਿਰੇ ਹੈ। ਤੇ ਮੇਰੇ ਚਾਈਨੀਜ਼ ਲੇਡੀ, ਹਾਂਜੀ ਉਹ ਚਾਈਨੀਜ਼ ਲੇਡੀ ਗਿਰੀ ਹੈ। ਸਭ ਤੋਂ ਪਹਿਲਾਂ ਫਰੀਜ਼ ਹੋਈ ਗੋਲਡੀ। ਗੋਲਡੀ ਦੀ ਭੈਣ ਜਦੋਂ ਰਿੜ ਗਈ ਨਾ, ਨੋ ਆਈ ਵਾਸ ਫੋਰਥ ਟਾਈਮ ਜਦੋਂ ਮੈਂ 4 ਜਣੇ ਰਿੜਦੇ ਦੇਖੇ ਨਾ, then I'm like I don't think I can go down। ਸਾਰੇ ਤੇ ਉਸ ਦਿਨ ਮੇਰੇ ਕੋਲ ਹੀ ਬ੍ਰੇਕ ਲੱਗਦੀ ਸੀ, ਜਿਹੜਾ ਡਿੱਗਦਾ ਸੀ ਮੇਰੇ ਕੋਲ ਆ ਕੇ ਨਾ। ਉਸ ਤੋਂ ਬਾਅਦ ਫਿਰ ਪੂਰੀ ਹੇਠਾਂ ਆਉਣ ਦੇ ਲਈ ਮੈਨੂੰ ਤਾਂ ਇਹੀ ਡਰ ਲੱਗਦਾ ਰਿਹਾ ਕਿ ਮੈਂ ਉੱਤਰ ਸਕੂੰਗੀ ਕਿ ਨਹੀਂ। ਤੇ 3 ਵਾਰ ਬੈਠ ਕੇ ਮੈਂ ਕਲਿਫ ਦੇ ਉੱਤੇ ਬੈਠ ਕੇ I was about to cry ਕਿ ਮੈਂ ਨਹੀਂ ਜਾਣਾ ਹੇਠਾਂ। ਯਾ ਮੈਂ ਰਮਨ ਸਮਰਾ ਨੂੰ ਲੈ ਕੇ ਆ ਰਹੀ ਸੀ, ਤੇ ਲਖਵੀਰ ਸਮਰਾ ਕਹਿੰਦੇ ਚਲੋ ਤੁਸੀਂ ਲੈ ਕੇ ਆ ਜਾਓ ਤੇ ਮੈਂ ਜਾਣਾ ਹੈ। ਸੋ ਆਹ ਚਲੇ ਗਏ ਥੱਲੇ ਤੁਰ ਪਏ, ਤੇ ਮੈਂ ਰਮਨ ਨਾਲ ਆ ਰਹੀ ਸੀ। ਐਂਡ ਆਈ ਨੋ ਸ਼ੀ ਵਾਸ ਸੇਇੰਗ ਕਿ ਸ਼ਿਖਾ ਮੈਨੂੰ ਡਰ ਦੇ ਨਾਲ ਨਾ ਮੇਰੀ ਲੱਤਾਂ ਸ਼ੇਕ ਕਰ ਰਹੀ। ਮੈਂ ਇਹਨਾਂ ਨੂੰ ਕਹਿ ਰਹੀ ਸੀ, ਮੈਂ ਇਹਨਾਂ ਨੂੰ ਹੁਣ ਉਸ ਜਗ੍ਹਾ ਤੇ ਕੀ ਕਰ ਸਕਦੇ ਸੀ, ਮੋਟੀਵੇਟ ਹੀ ਕਰ ਸਕਦੇ ਸੀ ਕਿ ਇਟਸ ਓਕੇ ਤੁਹਾਡੇ ਕੋਲ ਸਾਰਾ ਕੁਝ ਹੈਗਾ, ਚੱਲੋ। ਮੈਂ ਫਿਰ ਉੱਪਰ ਚੜ੍ਹਦੀ ਤੇ ਆਪਣੇ ਅੱਡੀਆਂ ਦੇ ਨਾਲ ਨਾ ਇਹਨਾਂ ਨੂੰ ਬਣਾ ਕੇ, ਪੈਰ ਬਣਾ ਕੇ ਇਹਨਾਂ ਨੂੰ ਦੱਸਦੀ ਫਿਰ। ਪਰ ਸ਼ੀ ਨੋਜ਼ ਕਿ ਕਿਵੇਂ ਕਰਨਾ ਹੈ, ਬਟ ਇੱਕ ਫੀਅਰ ਬੈਠ ਗਿਆ ਸੀ। ਇਟ ਵਾਸ ਜਸਟ ਅ ਫੀਅਰ। ਤੇ ਉਹ ਜਿਹੜਾ ਫੀਅਰ ਸੀ, ਉਸ ਫੀਅਰ ਕਰਕੇ ਗੋਲਡੀ ਨਹੀਂ ਤੁਰ ਸਕੇ। ਤੇ ਗੋਲਡੀ ਨੂੰ ਫਿਰ ਉਸ ਤੋਂ ਬਾਅਦ ਰੈਸਕਿਊ ਕਰੂ ਜਿਹੜਾ ਸੀਗਾ, ਸਾਡਾ ਹੀ ਰੈਸਕਿਊ ਕਰੂ ਉੱਥੇ ਸੀਗਾ ਕਿ ਸਭ ਤੋਂ ਪਹਿਲਾਂ ਜਦੋਂ ਗੋਲਡੀ ਫਰੀਜ਼ ਹੋ ਗਈ, ਫਿਰ ਉਦੋਂ ਸੇਖੋ ਸਾਹਿਬ ਕਹਿੰਦੇ ਵੀ ਤੁਸੀਂ ਸਾਰੇ ਤਰ ਚੱਲੋ, ਅਸੀਂ ਥੋੜਾ ਹੌਲੀ ਆਵਾਂਗੇ। ਤੇ ਸੇਖੋ ਸਾਹਿਬ ਗੋਲਡੀ ਨੂੰ ਲੈ ਕੇ ਇੱਕ ਕਦਮ ਲੈ ਕੇ, ਗੋਲਡੀ ਇੰਨੀ ਕਨਫਿਊਜ਼ ਸੀਗੀ ਕਿ ਉਹਨੂੰ ਇਹ ਨਹੀਂ ਪਤਾ ਸੀ ਕਿ ਸੱਜਾ ਕਦਮ ਅੱਗੇ ਰੱਖੇ ਕਿ ਖੱਬਾ ਕਦਮ ਅੱਗੇ ਰੱਖੇ, ਠੀਕ ਹੈ। ਸੋ ਉਹ ਬਹੁਤ ਕਨਫਿਊਜ਼ ਸੀਗੀ। ਉਧਰੋਂ ਰੇਨੂ ਉਹ ਵੀ ਤਕਰੀਬਨ ਫਰੀਜ਼ ਹੀ ਹੋ ਗਈ, ਠੀਕ ਹੈ। ਮਨਪ੍ਰੀਤ ਵੀ ਫਰੋਜ਼ਨ ਨਹੀਂ ਸੀਗੀ। ਸੋ ਆਪਣਾ ਇਹਨਾਂ ਦੇ ਡਿੱਗਣ ਕਰਕੇ, ਆਪਣੇ ਮਿਸਿਸ ਖਹਿਰਾ ਦੇ ਕਰਕੇ, ਸੋ ਖਹਿਰਾ ਸਾਹਿਬ ਤਾਂ ਉਹਨਾਂ 'ਚ ਬਿਜ਼ੀ ਹੋ ਗਏ ਉਹਨਾਂ ਨੂੰ ਲਿਜਾਣ 'ਚ। ਤਾਂ ਫਿਰ ਮਨਪ੍ਰੀਤ ਤੇ ਰੇਨੂ ਨੂੰ ਦੋਵਾਂ ਨੂੰ ਇੱਕ ਇੱਕ ਕਰਕੇ, ਮੈਂ ਕਦੇ ਉਹਨੂੰ 10 ਕਦਮ ਗਾਂਹ ਲੈ ਕੇ ਜਾਂਦਾ, ਫਿਰ ਬੈਕ ਜਾਂਦਾ, ਫਿਰ ਰੇਨੂ ਨੂੰ ਫੜ ਕੇ ਗਾਂਹ ਲੈ ਕੇ ਜਾਂਦਾ। ਰੇਨੂ 2 ਵਾਰੀ ਰੁੜ ਗਈ, ਉਹ ਵੀ ਜਾਂਦੀ ਭੜਾਂ 'ਚ ਫੜੀ ਸੀਗੀ। ਮਨਪ੍ਰੀਤ ਫੜੀ 1-2 ਵਾਰੀ। ਤੇ ਚਲੋ ਜੀ ਉੱਥੋਂ ਲਿਆਉਂਦੇ ਕਰਦੇ ਬਟ ਅਸੀਂ ਥੋੜੇ ਚਿਰ ਬਾਅਦ ਦੇਖਿਆ ਵੀ ਅਵਿਨਾਸ਼ ਤੇ ਆਪਣੇ ਗੋਲਡੀ ਇਹ ਤਾਂ ਬਹੁਤ ਪਿੱਛੇ ਰਹਿ ਗਏ ਆ, ਠੀਕ ਹੈ। ਪਰ ਉਹ ਥੋੜਾ ਚਿਰ ਕਰਦੇ ਵੀ ਸਾਨੂੰ ਪਤਾ ਲੱਗਿਆ ਵੀ ਉਹ ਸਾਨੂੰ ਥੋੜੇ ਚਿਰ ਨੂੰ ਵੀ 2-3 ਘੰਟੇ ਹੋ ਗਏ ਸੀ ਤੁਰੇ ਆਉਂਦਿਆਂ ਨੂੰ। ਫਿਰ ਅੱਗੇ ਵੇਖਿਆ ਤਾਂ ਅੱਗੇ ਮਨਪ੍ਰੀਤ ਕਾਫੀ ਸਲਿੱਪ ਹੋਈ ਜਾਵੇ ਵਿਚਾਰੀ, ਉਹ ਰੁੜੀ ਜਾਵੇ, ਤਾਂ ਉਹਨੇ ਦਰਖਤ ਨੂੰ ਫੜ ਕੇ ਬੈਠੀ। ਫਿਰ ਖਹਿਰਾ ਸਾਹਿਬ ਤੇ ਮਿਸਿਸ ਖਹਿਰਾ ਨੂੰ ਇੱਕ ਕਾਫੀ ਸਨੋ ਦੀ ਪਾਇਲ ਸੀ ਤੇ ਸਲਿਕ ਏਰੀਆ ਸੀਗਾ ਜਿੱਥੋਂ ਇਹਨਾਂ ਨੂੰ ਲੰਘਾ ਕੇ ਫਿਰ ਗੋਲਡੀ ਨੂੰ ਲੰਘਾਇਆ। ਤੇ ਇਹਨਾਂ ਜੋ ਸਾਰੇ ਲੰਘ ਗਏ, ਉਦੋਂ ਹਨੇਰਾ ਹੋ ਗਿਆ ਸੀਗਾ, 5:30 ਵੱਜ ਚੁੱਕੇ ਸੀ ਉਦੋਂ ਨੂੰ, ਠੀਕ ਹੈ ਨਾ। ਜਦੋਂ 5:30 ਵਜੇ ਤਾਂ ਅਸੀਂ ਦੇਖਿਆ ਪਿੱਛੇ ਖਹਿਰਾ ਸਾਹਿਬ ਦੀ, ਆਪਣੇ ਕਾਲੋਂ ਸਾਹਿਬ ਹੋਰਾਂ ਦੀ ਆਵਾਜ਼ ਵੀ ਆਉਣੀ ਵੀ ਬੰਦ ਹੋ ਗਈ। ਹਾਂ, ਇਹਨਾਂ ਦੀ ਆਵਾਜ਼ ਆਉਣੀ ਬੰਦ ਹੋ ਗਈ ਸੀਗੀ, ਸੇਖੋਂ ਸਾਹਿਬ ਹੋਰਾਂ ਦੀ, ਸੇਖੋਂ ਤੇ ਮਿਸਿਸ ਸੇਖੋਂ ਦੀ। ਤੇ ਕਥੂਰੀਆ ਸਾਹਿਬ ਪਿੱਛੇ ਗਏ ਹੋਏ ਸੀ ਇਹਨਾਂ ਦੀ ਹੈਲਪ ਕਰਨ ਵਾਸਤੇ, ਠੀਕ ਹੈ। ਤੇ ਉਸ ਤੋਂ ਬਾਅਦ ਚ ਆਪਣੇ ਕੋਲ ਕੁਛ ਕੁ ਬੰਦਿਆਂ ਕੋਲ ਵਿੱਚ ਲਾਈਟਾਂ ਸੀਗੀਆਂ, ਹੋਵਰਫੁਲੀ ਮੇਰੇ ਕੋਲ ਲਾਈਟ ਸੀਗੀਆਂ ਤੇ ਲਾਉਣ ਵਾਸਤੇ। ਹਾਲਾਂਕਿ ਸਾਡਾ ਪਲਾਨ ਸੀਗਾ ਕਿ 2 ਤੋਂ 2:30 ਵਜੇ ਤੱਕ ਅਸੀਂ ਵਾਪਿਸ ਆ ਜਾਣਾ। And we were in the hills till 9:30. Yes. So ਉਦੋਂ ਜਦੋਂ 5:30 ਵਜੇ, 5:30-6 ਵਜੇ ਫਿਰ ਮੈਂ ਵਾਪਿਸ ਚੜਾਈ ਸ਼ੁਰੂ ਕੀਤੀ ਗੋਇੰਗ ਅਪ। ਤਾਂ ਮੈਨੂੰ ਥੋੜੇ ਚਿਰ ਬਾਅਦ ਮੈਨੂੰ ਆਵਾਜ਼ਾਂ ਸੁਣੀਆਂ ਤੇ ਦੂਰੋਂ ਛੋਟੀਆਂ ਲਾਈਟਾਂ ਦਿਸੀਆਂ। ਮੈਂ ਕਿਹਾ ਸ਼ੁਕਰ ਹੈ ਇਹਨਾਂ ਕੋਲੇ ਵੀ ਲਾਈਟ ਹੈਗੀ ਆ। ਤੇ ਮੈਂ ਕਿਹਾ ਵੀ ਆ ਜਾਓ, ਪਰ ਮੈਨੂੰ ਉੱਤੋਂ ਆਵਾਜ਼ ਆਵੇ ਕਹਿੰਦੇ ਵੀ ਤੂੰ ਉੱਪਰ ਆ।
ਮੈਂ ਸੋਚਿਆ ਮਨ ਦੇ ਵਿੱਚ ਵੀ ਮੈਂ ਤਾਂ ਮਸਾਂ ਤਾਂ ਉਤਰ ਕੇ ਆਇਆ ਪਹਿਲਾਂ, ਤੇ ਹੁਣ ਮੈਂ ਵਾਪਸ ਕਿਵੇਂ ਚੜਾ। ਚਲੋ ਜੀ, ਮੈਂ ਸਲਿਪ ਸਲੂਪ ਮਾਰਦਾ ਕਰਦਾ, ਕਿਉਂਕਿ ਹਨੇਰਾ ਵੀ ਬਹੁਤ ਸੀਗਾ, ਠੀਕ, ਆਫ ਕੋਰਸ ਲਾਈਟਾਂ ਸੀਗੀਆਂ, ਬਟ ਇਟ ਵਾਜ਼ ਅਰਾਊਂਡ -20 ਦੇ ਕਰੀਬ ਟੈਂਪਰੇਚਰ ਸੀਗਾ। ਸੋ ਗੋਇੰਗ ਅਪ ਸਟੈਪ ਬਾਈ ਸਟੈਪ, ਇਟ ਟੁਕ ਮੀ about close to half an hour to 45 minutes to go up there, ਠੀਕ ਹੈ। ਜਦੋਂ ਮੈਂ ਉੱਤੇ ਪਹੁੰਚਿਆ ਤੇ ਜਾ ਕੇ ਮੈਂ ਦੇਖਿਆ ਗੋਲਡੀ ਹੈ ਟ੍ਰੇਲ ਦੇ ਉੱਤੇ ਪਈ, ਟ੍ਰੇਲ ਦੀ ਉੱਤੇ ਐਲੀਵੇਸ਼ਨ ਤਕਰੀਬਨ ਮੇਰੇ ਖਿਆਲ 50 to 60 ਡਿਗਰੀਜ਼ ਦੀ ਐਲੀਵੇਸ਼ਨ ਹੋਣੀ ਹੈ। ਸੋ ਇਸ ਤਰ੍ਹਾਂ ਸੀ ਜਿਵੇਂ ਐਲੀਵੇਸ਼ਨ ਸਮਝ ਲਓ, ਬਹੁਤ ਜ਼ਿਆਦਾ ਐਲੀਵੇਸ਼ਨ ਸੀ, ਆਪਣਾ ਗ੍ਰੇਡ ਬਹੁਤ ਜ਼ਿਆਦਾ ਸੀਗਾ। ਤਾਂ ਇਹ ਉੱਥੇ ਡਿੱਗੀ ਪਈ ਆ, ਆਪਣੇ ਸੇਖੋਂ ਸਾਹਿਬ ਨੇ ਉਹਨਾਂ ਦਾ ਬੈਗ ਫੜਿਆ ਹੋਇਆ, ਤੇ ਦੂਜੇ ਪਾਸੇ ਸੇਖੋਂ ਸਾਹਿਬ ਨੇ ਦਰਖਤ ਫੜਿਆ ਹੋਇਆ, ਠੀਕ ਹੈ। ਛੋਟੀ ਗੱਡੀ ਹਾਈਕਿੰਗ ਪੋਲ ਮੈਂ ਗੱਡਿਆ ਹੋਇਆ ਸੀਗਾ ਸਨੋ ਦੇ ਵਿੱਚ। ਹਾਂ, ਹਾਈਕਿੰਗ ਗੋਲ ਸੇਖੋਂ ਸਾਹਿਬ ਹੈ, ਇਹ ਵੀ ਉੱਥੇ ਟ੍ਰੇਲ ਤੇ ਲੰਮੇ ਪਏ ਆ, ਇੱਕ ਪਾਸੇ ਪੋਲ ਗੱਡ ਕੇ ਉਹ ਫੜਿਆ ਹੋਇਆ, ਅੱਗੇ ਗੋਲਡੀ ਹੈ, ਉਹ ਵਿਚਾਰੀ ਅੱਗੇ ਲਮਕੀ ਵੀ ਹੈ ਬੈਗ ਦੇ ਨਾਲ, ਉਹਦੇ ਕੋਲ ਕੋਈ ਡਾਇਰੈਕਸ਼ਨ ਨਹੀਂ ਹੈਗੀ। ਤੇ ਕਥੂਰੀਆ ਸਾਹਿਬ ਵਿਚਾਰੇ ਉਹ ਥੋੜੇ ਜਿਹਾ ਸਿੰਗਲ ਹੈਡੀ ਆ, ਠੀਕ ਹੈ, ਐਂਡ ਹੀ ਇਜ਼ 60+ ਐਂਡ ਹੀ ਇਜ਼ ਅਰਾਊਂਡ 50-60 kg ਮਸਾਂ ਹੀ ਹੋਣਗੇ ਉਹ, ਤੇ ਉਹ ਵਿਚਾਰੇ ਹੁਣ ਕੀ ਕਰ ਸਕਦੇ ਆ, ਤੁਹਾਨੂੰ ਤੇ ਬਸ ਕੁਝ ਨਹੀਂਗਾ। ਚਲੋ ਜੀ, ਉੱਥੇ ਜਾ ਕੇ ਤੈਨੂੰ ਗੋਲਡੀ ਡਰੀ ਵੀ ਕਹਿੰਦੀ ਵੀ ਮੈਂ ਤਾਂ ਹਿਲਦੀ ਨੀ ਗੀ। ਫਿਰ ਉਦੋਂ ਸਮਝ ਨਾ ਆਵੇ ਵੀ ਕੀ ਕੀਤਾ ਜਾ ਸਕਦਾ। ਫਿਰ ਉੱਥੇ ਪੋਲ ਗੱਡੇ ਦੋ, ਕਿਸੇ ਨੂੰ ਫੀਡਬੈਕ ਆ ਰਹੀ ਹੈ ਆਫ ਦ ਸਪੀਕਰ ਆਫ ਕਰੇ ਜਾਂ ਜਦ ਦੋ ਚੀਜ਼ਾਂ ਤੇ ਕਿਸੇ ਨੇ ਲੌਗਇਨ ਕੀਤਾ ਹੋਇਆ। ਅੱਛਾ, ਤੇ ਉਦੋਂ ਅਵਿਨਾਸ਼ ਤੁਸੀਂ 2 ਤੋਂ ਲੌਗ ਹੋ, ਠੀਕ, ਓਕੇ ਜੀ। ਉਸ ਤੋਂ ਬਾਅਦ ਕੀ ਹੋਇਆ, ਤੇ ਜਦੋਂ ਫਿਰ ਉੱਥੇ ਪੋਲਸ ਗੱਡ ਕੇ ਇਹਨੂੰ ਕੌਨਫੀਡੈਂਸ ਚ ਲਿਆ ਵੀ ਯੈਸ ਯੂ ਕੈਨ ਗੈਟ ਅਪ, ਠੀਕ ਹੈ। ਫਿਰ ਪਹਿਲਾਂ ਗੋਲਡੀ ਨੂੰ ਖੜਾ ਕੀਤਾ ਉੱਥੇ, ਠੀਕ ਹੈ, ਗੋਲਡੀ ਖੜੀ ਹੋਈ, ਇਹਨੂੰ ਪੈਰ ਸਲਿਪ ਕਰ ਰਹੇ ਸੀਗੇ, ਪਰ ਇਹ ਆਪਦਾ ਇਹਨੇ ਬੈਲੈਂਸ ਸਹੀ ਕੀਤਾ, ਠੀਕ ਹੈ। ਫਿਰ ਚਲੋ ਕੱਲ ਆਪਣਾ ਸੇਖੋ ਸਾਹਿਬ ਚਲੋ ਆਪਦਾ ਕਰਕੇ ਮੈਨੇਜ ਕਰਕੇ ਉੱਠ ਗਏ। ਫਿਰ ਮੈਂ ਗੋਲਡੀ ਨੂੰ ਕਿਹਾ ਵੀ ਗੋਲਡੀ ਮੇਰਾ ਸਟਰੈਪ ਪਕੜ ਲਾ, ਠੀਕ ਹੈ, ਮੈਂ ਕਿਹਾ ਡਿੱਗਾਂਗੇ ਆਪਾਂ ਇਕੱਠੇ ਡਿੱਗਾਂਗੇ, ਕਿਤੇ ਨੀ ਤੈਨੂੰ ਜਾਣ ਦਿੰਦਾ, ਤੂੰ ਚਿੰਤਾ ਨਾ ਕਰ। ਉਹਨੂੰ ਇਹਦੇ ਨਾਲ ਹੌਸਲਾ ਹੋ ਗਿਆ ਕਾਫੀ। ਫਿਰ ਜੀ ਇੱਕ ਸੋਟੀ ਉਹਨੂੰ ਦਿੱਤੀ, 2 ਸੋਟੀਆਂ ਮੇਰੇ ਕੋਲ ਸੀਗੀਆਂ। ਫਿਰ ਇੱਕ ਸੋਟੀ ਗੱਡ ਕੇ, ਜਿਵੇਂ ਸੋਟੀ ਗੱਡ ਕੇ ਉਹਨੂੰ ਕਹਿੰਦਾ ਇਹਦੇ ਨਾਲ ਆਪਦੀ ਟਰੈਕਸ਼ਨ ਬਣਾ ਪੈਰ ਦੀ, ਠੀਕ ਹੈ। ਫਿਰ ਅਗਲੀ ਸੋਟੀ ਆਪਦੀ ਗੱਡ ਕੇ ਮੈਂ ਆਪ ਟਰੈਕਸ਼ਨ ਬਣਾਉਣੀ, ਫਿਰ ਉਹਨੂੰ ਕਰਨਾ। ਉਹ ਵਿਚਾਰੀ ਇੰਨੀ ਕਨਫਿਊਜ਼ ਸੀਗੀ, ਉਹਨੂੰ ਇਹ ਨਹੀਂ ਪਤਾ ਲੱਗਦਾ ਸੀ ਕਿ ਸੱਜੇ ਪੈਰ ਨਾਲ ਟਰੈਕਸ਼ਨ ਬਣਾਵੇ ਕਿ ਖੱਬੇ ਨਾਲ ਪੈਰ ਬਣਾਵੇ, ਠੀਕ ਹੈ। ਫਿਰ ਉਹਨੂੰ ਇੱਕ ਵਾਰੀ ਉਹਨੂੰ ਦੱਸਣਾ ਪੈਂਦਾ। ਉਹਨੂੰ ਮੈਂ ਤਕਰੀਬਨ 2.5 ਕਿਲੋਮੀਟਰ ਉਹਨੂੰ ਮੈਂ ਇਸ ਤਰ੍ਹਾਂ ਕਰਕੇ ਇੱਕ ਕਦਮ ਕਰਕੇ ਲੈ ਕੇ ਆਇਆ ਮੈਂ, ਠੀਕ ਹੈ। ਜਿਹਦੇ ਵਿੱਚ ਹੁਣ 2-2.5 ਘੰਟੇ ਲੱਗ ਗਏ ਮੈਨੂੰ ਉਹਨੂੰ ਨੀਚੇ ਲਿਆਉਣ ਦੇ ਵਿੱਚ ਹੀ, ਠੀਕ ਹੈ। ਜਿਹੜਾ ਆਮ ਤੌਰ ਦੇ ਉੱਤੇ ਅਸੀਂ 15-20 ਮਿੰਟਾਂ ਚ, ਅੱਧੇ ਘੰਟੇ ਚ ਆ ਜਾਣਾ ਚਾਹੀਦਾ ਸੀ ਸਾਨੂੰ। ਸੋ ਦੈਟਸ ਹਾਊ ਸਲਿਕ ਇਟ ਵਾਸ। ਬਟ ਇਸ ਤਰ੍ਹਾਂ ਕਰੋਗੇ ਉਹ ਵਿਚਾਰੀ। ਤੁਹਾਡੀ ਗੱਲ ਦੇ ਵਿੱਚ ਇੱਕ ਚੀਜ਼ ਐਡ ਕਰਨਾ ਚਾਹੁੰਦਾ ਕਿ ਮੈਂ ਜਦੋਂ ਆਪਣਾ ਐਪ ਦੇਖੀ ਸੀ ਨਾ, ਜਿਹੜਾ 1 ਕਿਲੋਮੀਟਰ ਔਰ 7 ਮੀਟਰ ਦਾ ਜਿਹੜਾ ਫਾਸਲਾ ਸੀਗਾ, ਜਦੋਂ ਅਸੀਂ ਪਿੱਛੇ ਰਹਿ ਗਏ ਸੀਗੇ, ਅਸੀਂ 5 ਘੰਟਿਆਂ ਚ ਕੀਤਾ ਸੀ ਉਹ। ਸੋਚ ਸਕਦੇ ਵੀ ਅਸੀਂ ਸਟੈਪ ਬਾਈ ਸਟੈਪ, ਮਤਲਬ ਉਹਦੇ ਚ ਇਹ ਨਹੀਂ ਸੀਗਾ ਕਿ ਸਾਡੇ ਸਟੈਪ ਕਦਮ ਜਿਹੜੇ ਪ੍ਰੋਪਰ ਕਦਮ ਸੀਗੇ, ਅਸੀਂ ਪੈਰ ਨਾਲ ਪੈਰ ਜੋੜ ਕੇ ਤੁਰੇ ਆ ਉੱਥੇ। ਸੋ ਮੇਰੇ ਖਿਆਲ ਨਾਲ ਆਪਾਂ ਨੂੰ ਪਹਿਲੀ ਵਾਰੀ ਹੋਇਆ ਕਿ ਚੜਾਈ ਚੜਨ ਦੇ ਵਿੱਚ ਆਪਾਂ ਨੂੰ ਘੱਟ ਸਮਾਂ ਲੱਗਿਆ, ਉਤਰਨ ਦੇ ਵਿੱਚ ਜ਼ਿਆਦਾ ਲੱਗਿਆ, ਠੀਕ ਹੈ। ਆਪਾਂ ਚੜੇ ਸੀ ਤਕਰੀਬਨ 3 ਘੰਟਿਆਂ ਦੇ ਵਿੱਚ, ਤੇ 3 ਘੰਟੇ ਲੱਗੇ ਆਪਾਂ ਨੂੰ, ਪਰ ਉਤਰਦਿਆਂ ਨੂੰ ਆਪਾਂ ਨੂੰ ਤਕਰੀਬਨ 7 ਘੰਟੇ ਦੇ ਕਰੀਬ ਲੱਗ ਗਿਆ ਸਾਰਿਆਂ ਨੂੰ। ਸੋ ਇਟ ਵਾਸ quite an adventure. ਤੇ ਇੱਥੇ ਮੈਂ ਗੱਲ ਦੱਸ ਰਹੀ ਕਿ ਜਦੋਂ ਨੂੰ ਉੱਪਰੋਂ ਆ ਰਹੇ ਸੀਗੇ, ਇਹਨਾਂ ਨੂੰ ਮੈਂ ਤੇ ਰਮਨ ਸਮਰਾ ਅਸੀਂ ਅਰਾਊਂਡ 5:30 ਅਸੀਂ ਥੱਲੇ ਪਹੁੰਚ ਗਏ ਸੀ, ਤੇ ਅਸੀਂ ਇਹਨਾਂ ਦੀ ਵੇਟ ਕਰ ਰਹੇ ਸੀਗੇ। ਤੇ ਇਹਨਾਂ ਨੂੰ 2 ਜਾਣੇ ਰੂਪ ਨੂੰ ਤੇ ਰੇਨੂ ਨੂੰ ਵੀ ਛੱਡ ਗਏ ਸੀਗੇ। ਤੇ ਫਿਰ ਅਸੀਂ ਨਾ ਸੋਚ ਰਹੇ ਸੀਗੇ ਕਿ ਇਹਦੇ ਵਿੱਚ ਬਰਾੜ ਸਾਹਿਬ ਜੱਗਾ, ਹਾਂਜੀ ਜੱਗਾ ਬਰਾੜ, ਤੇ ਮਿਸਟਰ ਰਾਏ। Yeah, also I want to add when ਸ਼ਿਖਾ ਜਦੋਂ ਲਖਬੀਰ ਮੈਨੂੰ ਤੁਹਾਡੇ ਕੋਲ ਛੱਡ ਕੇ ਹੇਠਾਂ ਆ ਕੇ, ਸਭ ਤੋਂ ਪਹਿਲਾ ਕੰਮ ਲਖਬੀਰ ਨੇ ਹੇਠਾਂ ਆ ਕੇ ਕੀਤਾ ਕਿ ਇੱਕ ਮਨਪ੍ਰੀਤ ਵਾਸਤੇ ਸਪਾਈਕਸ ਲੈ ਕੇ ਗਏ, ਸਪਾਈਕਸ ਬਾਰੋ ਕੀਤੀਆਂ। ਐਕਚੁਅਲੀ ਉਹਨਾਂ ਨੂੰ ਇਨਵਾਈਟ ਥੱਲੇ ਆ ਕੇ ਮੈਂ ਕੀਤਾ, ਤੇ ਮੈਂ ਕਿਹਾ ਵੀ ਮੈਂ ਤਾਂ ਚੱਲਿਆ ਵਾਪਸ, ਬੈਲਟਾਂ ਚੱਕੀਆਂ। ਤੇ ਇਹ ਗੱਲ ਨਾ, ਹਾਂ, ਮੇਰੇ ਨਾਲ ਫਿਰ ਜੱਗਾ ਤੁਰ ਪਿਆ, ਕਹਿੰਦਾ ਮੈਂ ਵੀ ਚੱਲਦਾ। ਫਿਰ ਅਸੀਂ ਦੋਵੇਂ ਜਣੇ ਆਏ ਸੀਗੇ, ਮੈਂ ਲਾਈਟਾਂ ਬੈਲਟਾਂ ਜਿਹੜਾ ਕੁਝ ਮੈਨੂੰ ਲੱਭ ਰਿਹਾ ਸੀ ਮੈਂ ਉਹੀ ਚੱਕਿਆ। ਫਿਰ ਉਹ ਸਪਾਈਕ ਮੁੜ ਕੇ ਗਿਆ। ਹਾਂ, ਇਹਨਾਂ ਨੇ ਮਨਪ੍ਰੀਤ ਵਾਸਤੇ ਸਪਾਈਕਸ ਚੱਕੇ, ਕਿਉਂਕਿ ਉਹਦੇ ਸਪਾਈਕਸ ਸਹੀ ਨਹੀਂ ਸੀਗੇ। ਮਨਪ੍ਰੀਤ ਵਾਸਤੇ ਜਿਹੜੇ ਥੱਲੇ ਪਹੁੰਚ ਚੁੱਕੇ ਸੀ ਉਹਨਾਂ ਦੇ ਸਪਾਈਕਸ ਲੈ ਕੇ ਉਹ ਚੜੇ ਕਿ ਚਲੋ ਉਹ ਇੰਡੀਪੈਂਡੈਂਟ ਹੋਵੇ ਤੇ ਉਹ ਉਤਰੇ, ਤੇ ਤਾਂ ਕਿ ਬਾਕੀ ਜਿਹੜੇ ਰੀਅਲੀ ਜਿਨ੍ਹਾਂ ਨੂੰ ਲੋੜ ਹੈਗੀ ਹੈ ਤੇ ਉਹ ਜਾ ਸਕਣ। ਬਾਏ ਦ ਟਾਈਮ ਜ਼ਿਆਦਾ ਲੋਕ ਉੱਪਰ ਸੀ। ਅਮਨ ਕੁਝ ਕਹਿਣਾ ਚਾਹੁੰਦੇ ਆ? ਜਿਵੇਂ ਜੱਗਾ ਬਰਾੜ ਜੀ ਸੀਗੇ, ਉਹ ਜਿਵੇਂ ਪਹਿਲਾਂ ਜਿਵੇਂ 2-2.5 ਕਿਲੋਮੀਟਰ ਸਾਰਾ ਪਹਿਲਾਂ ਛੱਡ ਕੇ, ਪਹਿਲਾਂ ਮਨਪ੍ਰੀਤ ਨੂੰ ਨੀਚੇ ਛੱਡ ਕੇ ਆਏ ਉਹ,
ਠੀਕ ਹੈ, ਰੇਨੂ ਨੂੰ ਛੱਡ ਕੇ ਆਏ ਹੋ, ਫਿਰ ਉਹ 2-2.5 ਕਿਲੋਮੀਟਰ ਵਾਪਸ ਆਏ। ਤੇ ਨਾਲੇ ਅਸੀਂ ਉਹਨਾਂ ਦਾ ਨਾਮ ਜਿਹੜਾ ਹੈਗਾ ਸਲਾਈਡਰ ਬਰਾੜ ਰੱਖਿਆ ਹੋਇਆ ਹੈਗਾ, ਉਹ ਐਕਚੁਅਲੀ ਗੋਰਿਆਂ ਨੂੰ ਸਲਾਈਡਸ ਕਰਦੇ ਆ, ਉਹਦੇ ਵਿੱਚ ਬਹੁਤ ਕਰਦੇ ਆ ਉਹ। ਤੇ ਇਹਦੇ ਚ ਲਖਬੀਰ ਦੁਬਾਰਾ ਬੈਕ ਗਏ ਸੀਗੇ, ਬਟ ਐਜ਼ ਯੂ ਨੋ ਕਿ ਉਹ ਆਪ ਬਹੁਤ ਡਰਦੇ ਆ, ਐਂਡ ਹੀ ਸੈਡ ਕਿ ਮੈਂ ਰਸਤੇ 'ਚ ਇੱਕ ਜਗ੍ਹਾ ਟਰੀ ਫੜ ਕੇ ਬੈਠਾ ਹੋਇਆ ਸੀਗਾ ਤੇ ਮੈਨੂੰ ਕਿਹਾ ਵੀ ਤੁਸੀਂ ਜਾ ਕੇ ਉੱਪਰੋਂ ਰੇਨੂ ਜੀ ਨੂੰ ਲੈ ਕੇ ਆਓ, ਐਂਡ he said ਕਿ ਮੈਂ ਟਰੀ ਨੂੰ ਫੜ ਕੇ ਬੈਠਾ ਹੋਇਆ, ਕਦੇ ਮੈਂ ਉੱਪਰ ਦੇਖਦਾ ਵੀ ਹੁਣ ਮੈਂ ਜਾਣਾ ਕਿਹੜੇ ਪਾਸੇ ਹੈਗਾ। ਉਦੋਂ ਮੇਰੇ ਨਾਲ ਵੀ ਹੋ ਸੀ, ਜਦ ਮੈਂ ਇਹਨਾਂ ਨੂੰ ਜੁਆਇਨ ਕਰ ਲਿਆ ਨਾ, ਰਮਨ ਜਾਂ ਸਮਰਾ ਕਪਲ ਨੂੰ ਮੈਂ ਜੁਆਇਨ ਕਰ ਲਿਆ, ਜਦ ਅਸੀਂ ਫਸਟ ਟਾਈਮ ਇਨੀਸ਼ੀਅਲੀ ਥੱਲੇ ਉਤਰ ਰਹੇ ਸੀ, ਤੇ ਨਾ ਜਿਵੇਂ ਅੱਗੇ ਲਖਵੀਰ ਅੱਗੇ ਆ ਜਾਂਦੇ ਸੀ ਤੇ ਬਾਅਦ ਚ ਰਮਨ ਨੂੰ ਕਹਿੰਦੇ ਸੀ ਕਿ ਆ ਜਾ ਰਮਨ, ਤੇ ਜਦ ਇਹਨਾਂ ਨੇ ਮੈਨੂੰ ਦੇਖ ਲਿਆ ਨਾ ਕਿ ਮੈਂ ਆ ਗਈ, ਇਹਨਾਂ ਨੂੰ ਐ ਸੀਗਾ ਕਿ ਸ਼ਿਖਾ ਆਪੇ ਰਮਨ ਨੂੰ ਲਿਆਉਗੀ, ਮੈਂ ਭੱਜਾਂ। ਐਂਡ ਆ ਤਾਂ ਨਾ ਜਿਵੇਂ ਨਾ ਗਾਇਬ ਹੋਏ ਜੈਸੇ ਗਧੇ ਕੇ ਸਿਰ ਸੇ ਸਿੰਘ, ਤੇ ਆ ਤਾਂ ਉਵੇਂ ਗਾਇਬ ਹੋਇਆ ਕਿ ਲਖਵੀਰ ਨਹੀਂ ਦਿਸਿਆ। ਪਰ ਲਖਵੀਰ ਸਾਨੂੰ ਕਿਵੇਂ ਦਿਸਿਆ, ਜਿੱਥੇ ਜਿੱਥੇ ਟ੍ਰੇਲ ਖਰਾਬ ਹੋਈ ਸੀ ਪਤਾ ਲੱਗ ਗਿਆ ਸੀ ਤੇ ਕੋਈ ਤਾਜ਼ਾ ਬੱਡ ਸਲਾਈਡ ਕਰਕੇ ਗਿਆ। ਮੈਂ ਜਾ ਕੇ ਮਾਸਟਰ ਢਾਉਣਾ, ਆ ਦੇਖ ਇੱਥੇ ਟ੍ਰੇਲ ਖਰਾਬ ਕਰਕੇ ਗਿਆ, ਇੱਥੇ ਟ੍ਰੇਲ ਖਰਾਬ ਕਰਕੇ ਗਿਆ। ਬਟ ਜਿਵੇਂ ਮਾਸਟਰ ਟ੍ਰੇਲਾਂ ਖਰਾਬ ਕਰਨ ਨੂੰ ਸੀਗਾ, ਬਰਾੜ ਸਾਹਿਬ ਉਹਨਾਂ ਨੇ ਇੱਕ ਪੌੜੀ ਬਣਾਈ ਆ, ਪੌੜੀ ਬਣਾਈ ਹੈ ਸਾਰਿਆਂ ਵਾਸਤੇ ਕੁੰਡੀਆਂ ਦੇ ਨਾਲ ਨਾ। ਜਦੋਂ ਉਹਨਾਂ ਨੇ ਵਾਪਸ ਆ ਕੇ ਵੀ ਕੀ ਹੁੰਦਾ ਵੀ ਜਦੋਂ ਪਤਾ ਵੀ ਇਹ ਲੇਡੀ ਨੂੰ ਔਖਾ ਹੈਗਾ, ਉਹ ਕਿਉਂਕਿ ਨਾਰਮਲੀ ਨੇ ਹਰ ਥਾਂ ਤੇ ਸਟੈਪਸ ਬਣਾਏ, ਉਹਨਾਂ ਨੇ ਇੱਕ ਸਟੈਪ ਬਣਾਇਆ, ਉਹਨਾਂ ਨੇ ਕਈ 100 ਸਟੈਪ ਬਣਾਇਆ ਉਹਨਾਂ ਨੇ ਆਪਣੇ ਪੋਲਸ ਦੇ ਨਾਲ ਨਾ, ਉਹਨਾਂ ਨੇ ਬੜੇ ਸਟੈਪਸ ਬਣਾਏ ਜਦੋਂ when they were bringing us down। ਸੇਮ ਵੇ ਰਾਜਪ੍ਰੀਤ ਵੀ ਮੈਨੂੰ ਛੱਡ ਕੇ ਬਾਅਦ ਚੋਂ ਉਹ ਵੀ ਲਾਈਟਾਂ ਲੈ ਕੇ, ਵੱਡੀ ਲਾਈਟ ਲੈ ਕੇ, ਸਾਰਾ ਕੁਝ ਲੈ ਕੇ then he went back, ਕਿਉਂਕਿ ਅਜੇ ਬਾਕੀ ਸਾਰੇ ਆ ਗਏ ਸੀ, ਗੋਲਡੀ, ਅਵਿਨਾਸ਼ ਤੇ ਕਚੂਰੀਆ ਜੀ, ਤੇ ਫਿਰ ਅਮਨ ਭਾਜੀ ਨੂੰ ਵੀ ਪਿੱਛੇ ਛੱਡ ਆਏ ਸੀ ਕਿ ਤੁਸੀਂ ਹੁਣ ਉਹਨਾਂ ਨੂੰ ਲੈ ਕੇ ਆਓ ਤੇ ਮੈਂ ਦੁਬਾਰਾ ਹੋਰ ਲਾਈਟਸ ਲੈ ਕੇ ਫਿਰ ਵਾਪਸ ਆਉਣਾ। then he went back to, ਤੇ ਫਿਰ ਇਹ then you can continue after। ਤੇ ਹੁਣ ਕਿਉਂਕਿ ਐਕਚੁਅਲੀ ਜਿਹੜੀ ਕਿੰਗ ਕ੍ਰੀਕ ਦੀ ਆ ਵਾਲੀ, ਅੱਛਾ ਜਦੋਂ ਨੂੰ ਮੈਂ ਕਨਕਲੂਡ ਕਰਨਾ ਸਟਾਰਟ ਕਰ ਰਹੀ ਹਾਂ, ਮੈਂ ਇੱਕ ਕਹਿਣਾ ਚਾਹੁੰਦਾ ਪਹਿਲਾਂ, ਜਿਹੜੇ ਸਭ ਤੋਂ ਬੈਸਟ ਇਸ ਤੋਂ ਜਿਹੜਾ ਹੋਇਆ ਕਿ ਆਪਣੀ ਟੀਮ ਬਿਲਡਿੰਗ ਐਫਰਟ ਹੋਇਆ ਇੱਕ ਦੂਜੇ ਦਾ ਵਾਸਤੇ। ਨੰਬਰ 2 ਮੈਂ 2 ਮਿੰਟ ਲਊਂਗਾ ਕਿ ਜਦੋਂ ਆਪਾਂ ਬਿਲਕੁਲ ਨੀਚੇ ਆ ਗਏ ਸੀਗੇ, ਪਲੇਨ ਥਾਂ ਵੀ ਆ ਗਈ, ਗੋਲਡੀ ਇੰਨੀ ਡਰੀ ਵੀ ਸੀਗੀ ਕਿ ਤਾਂ ਵੀ ਮੇਰਾ ਉਹ ਛੱਡਦੀ ਨਹੀਂ ਸੀ। ਇਹਨੂੰ ਬਹੁਤ ਕਿਹਾ ਵੀ ਭਾਈ ਹੁਣ ਤਾਂ ਸਿੱਧਾ ਹੀ ਆ ਤੁਰਨਾ, ਕਹਿੰਦੀ ਨਹੀਂ ਭਾਜੀ ਮੈਂ ਨਹੀਂ ਚੱਲਦਾ। No, there was an incident when Manpreet was stuck. Manpreet was stuck and she was sliding. So ਅਸੀਂ ਉਹਨੂੰ ਕਿਹਾ ਕਿ ਮਨਪ੍ਰੀਤ ਮੂਵ ਨਾ ਹੋਈ, ਬਸ ਇੱਥੇ ਇਦਾਂ ਹੀ ਬੈਠੀ ਰਹਿ, ਅਸੀਂ ਜਦੋਂ ਪਿੱਛੋਂ ਆਉਨੇ ਆ then we will help you out। ਤੇ ਮਨਪ੍ਰੀਤ she got very panicked, ਤੇ ਉਹ ਸਾਡੇ ਤੋਂ ਪਿੱਛੇ ਚਾਈਨੀਜ਼ ਫੈਮਿਲੀ ਸੀਗੀ, 3 ਜਣੇ ਉਹ, ਤੇ then ਉਹ ਸਾਨੂੰ ਕਹਿਣ ਕਿ ਤੁਸੀਂ ਮੂਵ ਹੋਵੋ, then ਅਸੀਂ ਅੱਗੇ ਮੂਵ ਹੋਣੇ ਆ, ਤੇ ਮੈਂ ਵੀ ਉਸੇ ਪੋਜੀਸ਼ਨ 'ਚ ਸੀਗੀ, I was almost sliding down। ਤੇ ਫਿਰ ਉਹ ਚੀਨਾ ਸਾਨੂੰ ਕ੍ਰਾਸ ਕਰਕੇ ਅੱਗੇ ਗਿਆ, ਉਹਨੇ ਜਾ ਕੇ ਮਨਪ੍ਰੀਤ ਦੀ ਹੈਲਪ ਕੀਤੀ, ਤੇ ਮਨਪ੍ਰੀਤ ਨੂੰ ਉਹਨੇ ਥੋੜਾ ਜਿਹਾ ਮੂਵ ਕਰਕੇ, ਤੇ ਉਹਦੇ ਪਿੱਛੇ ਸੀਗਾ ਉਹ, ਮਨਪ੍ਰੀਤ ਨੇ ਉਹਦਾ ਹੱਥ ਫੜ ਲਿਆ, ਉਹ ਕਹਿੰਦਾ ਮੇਰਾ ਹੱਥ ਛੱਡ, ਮੈਂ ਅੱਗਿਓਂ ਦੀ ਜਾ ਕੇ ਤੇਰੀ ਫਿਰ ਅੱਗੋਂ ਤੈਨੂੰ ਟਰੀ ਦੇ ਨਾਲ ਸਪੋਰਟ ਦਿੰਨਾ। ਮਨਪ੍ਰੀਤ ਕਹਿੰਦੀ ਨਾ ਮੈਂ ਹੱਥ ਨਹੀਂ ਛੱਡਣਾ ਤੇਰਾ। ਉਹ ਸਾਨੂੰ ਪਿੱਛੇ ਆਵਾਜ਼ ਮਾਰ ਕੇ ਕਹਿੰਦਾ can you please ask her to leave my hand, I'm only going to help her। ਅਸਲ ਜਿਹਦਾ ਮੈਨੂੰ ਲੱਗਦਾ ਉਹਨਾਂ ਦੇ ਚੀਨੇ ਨੇ ਵਿਚਾਰੇ ਨੂੰ ਸੁਣੀ ਨਹੀਂ ਹੋਣੀ ਨਾ ਕਹਾਵਤ ਕਿ ਵੀ ਮੈਂ ਤੇ ਕੰਬਲ ਨੂੰ ਛੱਡਤਾ, ਕੰਬਲ ਹੀ ਹੁਣ ਮੈਨੂੰ ਛੱਡਦਾ। ਸਹੀ ਗੱਲ। ਤੇ ਫਿਰ ਉਸ ਤੋਂ ਬਾਅਦ ਫਿਰ ਉਹ ਕੀ ਹੋ ਰਿਹਾ ਸੀ ਨਾ, ਹੁਣ ਬੈਕਗਰਾਉਂਡ ਕੀ ਹੋ ਰਿਹਾ ਸੀ, ਅਸੀਂ ਥੱਲੇ ਪਹੁੰਚ ਗਏ ਸੀ ਤੇ ਅਸੀਂ ਦੇਖਿਆ ਕਿ 911 ਡਾਇਲ ਨਹੀਂ ਉੱਥੋਂ ਹੋ ਰਿਹਾ, ਕਿਉਂਕਿ ਉਦੋਂ ਅਸੀਂ ਰੀਅਲੀ ਥੋੜੇ ਜਿਹੇ ਅਸੀਂ ਡਰ ਗਏ ਸੀਗੇ ਕਿ ਆਲਰੇਡੀ 8 o'clock ਹੋ ਚੁੱਕਿਆ, ਤੇ ਕਿਤੋਂ ਲਾਈਟ ਨਹੀਂ ਦਿਸ ਰਹੀ, ਕੋਈ ਕੁਝ ਨਹੀਂ ਦਿਸ ਰਿਹਾ ਹੈਗਾ। ਤੇ ਜਦ ਅਸੀਂ 911 ਡਾਇਲ ਕੀਤਾ, ਕਿਉਂਕਿ ਸਾਨੂੰ ਐਸੀ ਕਿ ਸ਼ਾਇਦ 911 ਤਾਂ ਹਰ ਕਿਤੋਂ ਡਾਇਲ ਹੋ ਜਾਂਦਾ ਹੈ ਕਿ ਭਾਵੇਂ ਤੁਹਾਡੇ ਕੋਲ ਰਿਸੈਪਸ਼ਨ ਹੋਵੇ ਜਾਂ ਨਹੀਂ। ਜਦ 911 ਥੱਲੋਂ ਬੈਠ ਕੇ ਡਾਇਲ ਨਹੀਂ ਹੋਇਆ, then we were little ਪੈਨਿਕ ਨਹੀਂ ਮੈਂ ਕਹੂੰਗੀ, ਥੋੜਾ ਜਿਹਾ ਅਸੀਂ ਸੋਚਣ ਲੱਗੇ ਕਿ ਨਹੀਂ, ਕਿਊਰੀਅਸ ਹੋ ਗਏ ਜਾਂ ਕਿ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਹੋਈ ਤਾਂ ਉਹ 911 ਡਾਇਲ ਨਹੀਂ ਕਰ ਸਕਦੇ। ਫਿਰ ਅਸੀਂ ਉੱਥੋਂ 30 ਕਿਲੋਮੀਟਰ ਡਰਾਈਵ ਕਰਕੇ ਅਸੀਂ ਗਏ ਇੱਕ ਪੋਜੀਸ਼ਨ ਤੇ, ਉੱਥੇ ਮਾਊਂਟ ਕਿਡ ਦਾ ਜਿਹੜਾ ਆਰਵੀ ਹੈਗਾ ਹਾਂ ਪਾਰਕ ਹੈ, ਉੱਥੇ ਗਏ ਤੇ ਉੱਥੇ ਇੱਕਦਮ ਰਿਸੈਪਸ਼ਨ ਆਈ, ਉੱਥੇ ਮੈਂ 911 ਡਾਇਲ
ਕੀਤਾ। 911 ਵਾਲਿਆਂ ਨੇ ਮੈਨੂੰ ਦੇਤਾ ਜਿਹੜਾ ਕੈਰਨਾਸਕੀਜ਼ ਦੀ ਜਿਹੜੀ ਰੈਸਕਿਊ ਟੀਮ ਹੈ ਉਹਨਾਂ ਦਾ ਮੈਨੂੰ ਨੰਬਰ ਦਿੱਤਾ, ਮੈਨੂੰ ਫਾਰਵਰਡ ਕਰਤਾ। ਉਹਨਾਂ ਨਾਲ ਮੇਰੀ ਗੱਲ ਹੋਈ ਤੇ ਉਹ ਮੈਨੂੰ ਕਹਿੰਦੇ ਕਿ ਠੀਕ ਹੈ ਤੂੰ ਉੱਥੇ ਚਲੀ ਜਾ ਤੇ ਸਾਨੂੰ ਦੱਸੀ। ਮੈਂ ਕਿ ਨਹੀਂ, ਮੇਰੇ ਕੋਲ ਤਾਂ ਰਿਸੈਪਸ਼ਨ ਹੀ ਇੱਥੇ ਹੈ। ਸ਼ੀ ਸੈਡ ਓਕੇ ਤੂੰ ਇੱਥੇ ਰਹਿ, ਅਸੀਂ ਉੱਥੇ ਬੰਦੇ ਭੇਜਦੇ ਹਾਂ, ਤੇ ਜੇ ਤੁਹਾਨੂੰ ਪਹਿਲਾਂ ਮੈਸੇਜ ਆ ਗਿਆ ਤਾਂ ਸਾਨੂੰ ਦੱਸ ਦਿਓ, ਜੇ ਸਾਨੂੰ ਤੁਹਾਡੇ ਬੰਦਿਆਂ ਦਾ ਪਹਿਲਾਂ ਪਤਾ ਲੱਗਿਆ ਅਸੀਂ ਤੁਹਾਨੂੰ ਦੱਸ ਦਾਂਗੇ। ਸੋ ਮੈਂ ਉੱਥੇ ਖੜ ਗਈ ਕਿ ਪਤਾ ਲੱਗਣ ਵਾਸਤੇ। ਇਹਨੇ ਨੂੰ ਮੈਨੂੰ ਕਾਲ ਆਈ, ਹਜੇ ਮੈਂ ਰੈਸਕਿਊ ਵਾਲਿਆਂ ਨੂੰ ਦੱਸ ਰਹੀ ਸੀ ਕਿ ਜਿਹੜੇ ਉੱਪਰ ਬੰਦੇ ਗਏ ਹੋਏ ਆ ਉਹਨਾਂ ਨੇ ਕੱਪੜੇ ਕਿਹੋ ਜਿਹੇ ਪਾਏ ਆ, ਉਹਨਾਂ ਦਾ ਸਕਿੱਲ ਲੈਵਲ ਕਿਹੋ ਜਿਹਾ, ਮੈਂ ਉਹਨਾਂ ਨੂੰ ਦੱਸ ਰਹੀ ਸੀ। ਤੇ ਮੈਨੂੰ ਰੂਪ ਦੀ ਕਾਲ ਆ ਗਈ ਕਿਉਂਕਿ ਅਵਿਨਾਸ਼ ਤੇ ਗੋਲਡੀ ਉਹਨਾਂ ਨੂੰ, ਅਮਨ ਉਹਨੀ, ਬਾਕੀ ਸਾਰਾ ਗਰੁੱਪ ਜਿਹੜਾ ਸੀ ਉਹ ਲੈ ਕੇ ਆ ਗਏ ਸੀਗੇ। ਤੇ ਫਿਰ ਰੂਪ ਉਹਨੀ ਵੀ ਉੱਥੇ ਤੱਕ ਡਰਾਈਵ ਕਰਕੇ, ਮਤਲਬ ਸਾਡੇ ਥੋੜੇ ਜਿਹੇ ਪਿੱਛੇ ਹੀ ਹੋਣੇ ਆ ਜਿੱਥੇ ਤੱਕ ਇਹਨਾਂ ਨੂੰ ਰਿਸੈਪਸ਼ਨ ਮਿਲੀ, ਸਾਨੂੰ ਕਾਲ ਕਰਕੇ ਦੱਸਿਆ। ਤੇ ਸੋ ਵੀ ਕੇਮ ਬੈਕ। ਜਦ ਵਾਪਸ ਆਏ ਅਸੀਂ ਇਹਨਾਂ ਨੂੰ ਆਂਦਿਆਂ ਨੂੰ ਇਹਨਾਂ ਵਾਸਤੇ ਚਾਹ ਚੂ ਬਣਾ ਕੇ ਰੱਖੀ ਹੋਈ ਸੀ, ਇਹਨਾਂ ਨੂੰ ਜਲਦੀ ਲਈ ਚਾਹ ਚੂ ਪਿਆਈ, ਫੂਡ ਖਵਾਇਆ। ਫੂਡ ਵੀ ਉਦੋਂ ਸਵਾਦ ਵੀ ਬਹੁਤ ਲੱਗਿਆ ਬਈ। ਤੇ ਹੁਣ ਮੈਂ ਥੋੜਾ ਜਿਹਾ ਗੱਲ ਨੂੰ ਕਨਕਲੂਡ ਕਰੂੰਗੀ ਕਿ ਜਿਹੜੀ ਕਿੰਗ ਕ੍ਰੀਕ ਦੀ ਹਾਈਕ ਦੀ ਗੱਲ ਕਰਨ ਦਾ ਮਕਸਦ ਕੀ ਸੀ। ਕੀ ਸਾਡੀ ਆਡੀਅנס ਨੂੰ ਡਰਾਉਣਾ ਸੀ? ਕੀ ਸਾਡੀ ਆਡੀਅנס ਨੂੰ ਆ ਕਹਿਣਾ ਸੀ ਕਿ ਨਹੀਂ ਹਾਈਕਸ ਕਰਨ ਦੀ ਲੋੜ ਨਹੀਂ? ਨਹੀਂ, ਇਟ ਸ਼ੋਜ਼ ਕਿ ਜਦ ਇਸ ਤਰੀਕੇ ਦੇ ਐਕਸੀਡੈਂਟਸ ਹੁੰਦੇ ਆ ਤੇ ਤੁਸੀਂ ਉਹਨਾਂ ਚੋਂ ਕੀ ਲਰਨ ਕਰਦੇ ਹੋ। ਲਰਨ ਕੀ ਕਰਦੇ ਹੋ ਇਹਨਾਂ ਦੇ ਵਿੱਚੋਂ? ਅਸੀਂ ਕੀ ਲਰਨ ਕੀਤਾ? ਨੰਬਰ 1 ਟਾਈਮ। ਕਦੇ ਵੀ ਟਾਈਮ ਤੋਂ ਹਾਈਕ ਜਿਹੜੀ ਟਾਈਮਿੰਗ ਦੇ ਵਿੱਚ ਤੁਹਾਡਾ ਤੁਸੀਂ ਸੋਚਿਆ ਹੁੰਦਾ ਜੇ 8 ਵਜੇ ਦਾ ਟਾਈਮ ਹੈ, ਡੋਂਟ ਬੀ ਲੇਟ ਦੈਨ 8। ਨੰਬਰ 2 ਗੀਅਰਸ। ਜਦ ਇਸ ਤਰੀਕੇ ਦੀ ਹਾਈਕ ਤੁਸੀਂ ਕਰ ਰਹੇ ਹੋ, ਤੁਹਾਡੇ ਕੋਲ ਜਿੰਨੇ ਗੀਅਰਸ ਚਾਹੀਦੇ ਆ ਤੁਹਾਡੇ ਕੋਲ ਉਸ ਤੋਂ ਵੱਧ ਤੁਹਾਡੇ ਕੋਲ ਸਮਾਨ ਚਾਹੀਦਾ ਜਿਹੜਾ ਤੁਹਾਨੂੰ ਜ਼ਰੂਰਤ ਹੈ। ਥਿੰਗ ਵਾਸ ਟੀਮ ਬਿਲਡਿੰਗ, ਕਿ ਇਹਨਾਂ ਟੀਮ ਦੇ ਵਿੱਚ ਸਾਡੇ ਕਹਿ ਦੋ ਕਿ ਗੁੱਡ ਕੈਮਿਸਟਰੀ ਸੀ। ਸਾਨੂੰ ਕਿਸੇ ਨੂੰ ਇੱਕ ਦੂਜੇ ਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ ਸੀ ਪੈ ਰਹੀ। ਆਪਣੇ ਆਪ ਜਿਵੇਂ ਫਲੋ ਦੇ ਵਿੱਚ ਹੋ ਰਿਹਾ ਸੀ, ਕਿਹੜੇ ਬੰਦੇ ਨੇ ਕਿਹਦੀ ਕਿਵੇਂ ਹੈਲਪ ਕਰਨੀ ਹੈ, ਜੋ ਕੀ ਕਰਨਾ ਇਟ ਵਾਸ ਹੈਪਨਿੰਗ। ਸੋ ਇਸ ਹਾਈਕ ਨੇ ਸਾਨੂੰ ਬੜਾ ਕੁਝ ਸਿਖਾਇਆ ਤੇ ਨਾਓ ਵੀ ਆਰ ਵੈਲ ਪ੍ਰੀਪੇਅਰਡ ਫॉर द ਅਨਦਰ ਹਾਈਕ। ਨੋ ਡਾਊਟ ਰੂਪ ਇਸ ਹਾਈਕ ਤੋਂ ਬਾਅਦ ਉਹਨਾਂ ਨੂੰ ਕਿ ਥੋੜਾ ਜਿਹਾ ਜਿਵੇਂ ਕਹਿ ਦੋ ਕਿ ਡਰੀ ਨਹੀਂ, ਹਾਂ ਸ਼ੀ ਇਜ਼ ਨਾਟ ਸਕੇਅਰਡ। ਸੋ ਉਹ ਅਗਲੀ ਵਾਰ ਵੀ ਰੈਡੀ ਸੀ। ਤੇ ਅਸੀਂ ਹੁਣ ਠੰਡ ਕਿਉਂਕਿ ਜ਼ਿਆਦਾ ਆ ਗਈ ਸੀ ਇਸ ਲਈ ਸਾਨੂੰ ਅਸੀਂ ਹਾਈਕਸ ਆਪਣੀਆਂ ਬ੍ਰੇਕ ਕੀਤੀਆਂ ਕਿਉਂਕਿ ਕੈਲਗਰੀ ਦੇ ਵਿੱਚ ਇਸ ਟਾਈਮ -42-45 ਵਿੰਡ ਚਿਲ ਦੇ ਨਾਲ ਜਿਹੜਾ ਵੈਦਰ ਹੋਇਆ ਤੇ ਸਵੀਅਰ ਵਿੰਟਰ ਵਾਰਨਿੰਗ ਚੱਲ ਰਹੀ ਹੈ, ਕੋਲਡ ਵਾਰਨਿੰਗ ਚੱਲ ਰਹੀ ਹੈ। ਤੇ ਰੂਪ ਨੂੰ ਥੋੜਾ ਜਿਹਾ ਹੈਗਾ ਕਿ ਠੰਡ ਜ਼ਿਆਦਾ ਹੈਗੀ ਕਿ ਮੈਂ 2-3 ਵੀਕ ਹਾਈਕ ਜਿਹੜੀ ਹੈਗੀ ਆ ਹੋਰ ਮੈਂ ਬ੍ਰੇਕ ਕਰਾਂ। ਬਟ ਅਸੀਂ ਸਾਰਾ ਜਿਹੜਾ ਬਾਕੀ ਗਰੁੱਪ ਹੈਗਾ ਉਹ ਨੈਕਸਟ ਵੀਕ ਤੋਂ ਆਪਣੀਆਂ ਹਾਈਕਸ ਰਿਜ਼ਿਊਮ ਕਰ ਰਹੇ ਹਾਂ। ਤੇ ਮੈਂ ਆਪਣੇ ਸਾਰੇ ਗਰੁੱਪ ਵੱਲੋਂ, ਸਾਡੇ ਗਰੁੱਪ ਦਾ ਨਾਮ ਹੈ ਪੈਸ਼ਨੇਟ ਹਾਈਕਰਸ, ਤੇ ਮੈਂ ਜਿੰਨੇ ਵੀ ਪੰਜਾਬੀ ਸਾਡੀ ਏਜ ਦੇ ਲੋਕ ਸਾਡਾ ਜੇ ਪੋਡਕਾਸਟ ਸੁਣ ਰਹੇ ਨੇ, ਇੰਜੋਏ ਕਰ ਰਹੇ ਨੇ, ਸਾਡੀਆਂ ਮਿੱਠੀਆਂ ਨੋਕ ਝੋਕ ਵਾਲੀਆਂ ਇਨਫੋਰਮੇਸ਼ਨ ਵਾਲੀਆਂ ਗੱਲਾਂ ਸੁਣ ਰਹੇ ਨੇ, ਮੈਂ ਚਾਹੁੰਦੀ ਹਾਂ ਕਿ ਤੁਸੀਂ ਸਾਰੇ ਆਪਣੀ ਲਾਈਫ ਦੇ ਵਿੱਚ ਆਪਣੇ ਵਾਸਤੇ ਟਾਈਮ ਕੱਢੋ। ਤੇ ਟ੍ਰੇਲਸ ਤੋਂ ਵੱਧ, ਹਾਈਕਿੰਗ ਤੋਂ ਵੱਧ ਕੋਈ ਚੰਗੀ ਥੈਰੇਪੀ ਹੈ ਨਹੀਂ। ਜਿਹੜੇ ਲੋਕ ਕਹਿੰਦੇ ਸਾਡੇ ਗੋਡੇ ਦੁਖਦੇ ਆ, ਜਾਂ ਅਮਨ ਕੁਝ ਕਹਿਣਾ ਚਾਹੁੰਦੇ ਆ? ਮੈਂ ਇਹ ਕਹੂੰਗਾ ਵੀ ਇਸ ਚੀਜ਼ ਤੋਂ ਨਾ 2 ਚੀਜ਼ਾਂ ਲਰਨ ਕਰਨ ਵਾਲੀਆਂ ਸੀਗੀਆਂ। ਪਹਿਲਾਂ ਤਾਂ ਸਾਰਿਆਂ ਵਾਸਤੇ ਕਿ ਜਿਵੇਂ ਆਪਾਂ ਨੂੰ 911 ਤੋਂ ਨਹੀਂ ਮਿਲ ਰਿਹਾ ਸੀਗਾ, ਆਪਣੇ ਸਾਰਿਆਂ ਦੀਆਂ ਕਾਰਾਂ ਦੇ ਵਿੱਚ ਜਿਹੜੇ ਐਮਰਜੈਂਸੀ ਬਟਨ ਲੱਗੇ ਹੋਏ ਹੈਗੇ, ਜਿਹੜੇ ਸੈਟਲਾਈਟ ਕਨੈਕਟਡ ਆ, ਮੋਸਟ ਆਫ SOS ਬਟਨ ਹੈ, ਯੂ ਕੁਡ ਹੈਵ ਯੂਜ਼ਡ ਦੈਟ। ਠੀਕ ਹੈ, ਉਹ ਸਮਰਾ ਸਾਹਿਬ ਦੇ ਟਰੱਕ 'ਚ ਵੀ ਹੈਗਾ, ਆਪਣੇ ਵਿੱਚ ਵੀ ਸੀਗਾ, ਤੇ ਖਹਿਰਾ ਸਾਹਿਬ ਦੇ ਟਰੱਕ ਵਿੱਚ ਵੀ ਸੀਗਾ। ਸੋ ਦੈਟ ਕੁਡ ਹੈਵ ਬੀਨ ਯੂਜ਼ਡ, ਨੰਬਰ 1। ਨੰਬਰ 2, ਇਸ ਤੋਂ ਜਿਹੜਾ ਆਪਾਂ ਨੂੰ ਸਭ ਤੋਂ ਹਾਈਲਾਈਟ ਮੈਨੂੰ ਕੀ ਲੱਗੀ ਕਿ ਜਦੋਂ 7.5-8 ਘੰਟੇ ਦੇ ਵਿੱਚ ਉਤਰ ਕੇ ਗੋਲਡੀ ਥੱਲੇ ਪਹੁੰਚੀ, ਗੋਲਡੀ ਨੇ ਚਾਹ ਪੀਤੀ। ਚਾਹ ਪੀ ਕੇ ਉਹਦਾ ਫਸਟ ਵਰਡ ਸੀਗਾ, ਭਾਜੀ ਅੱਗੇ ਤੋਂ ਹਾਈਕ ਥੋੜੀ ਜਿਹੀ ਸੌਖੀ ਲੱਭਿਆ ਕਰੋ। ਸੋ ਇਹਨੇ ਐ ਨਹੀਂ ਕਿਹਾ ਸਾਨੂੰ ਤਾਂ ਉਮੀਦ ਮੈਂ ਨਹੀਂ ਹੋਣਾਗਾ। ਉਹਨੇ ਗਿਵ ਅਪ ਨਹੀਂ ਕੀਤਾ, ਉਹਨੇ ਕਿਹਾ ਵੀ ਹਾਈਕ ਥੋੜੀ ਜਿਹੀ ਸੌਖੀ ਲੱਭਿਆ ਕਰੋ, ਇੰਨੀ ਡੇਂਜਰਸ ਨਾ ਹੋਵੇ। ਸੋ ਆਪਾਂ ਤਾਂ ਉਦੋਂ ਹੀ ਅਰਨ ਕਰ ਲਿਆ ਵੀ ਭਾਈ ਇਹ ਟੀਮ ਹੈ ਜਿਹੜੀ, ਤੇ ਸਪੈਸ਼ਲ ਜਦੋਂ ਗੋਲਡੀ ਦੇ ਮੂੰਹ ਆ ਸ਼ਬਦ ਸੁਣ ਕੇ। ਸੋ ਹਾਂਜੀ, ਜਦੋਂ ਆਪਾਂ ਉੱਪਰ ਰਿਜ ਤੇ ਵਾਕ ਕਰ ਰਹੇ ਸੀ, that 1 ਕਿਲੋਮੀਟਰ ਵਾਕ ਸੀਗੀ ਜਿਹੜੀ ਕਲਿਫ ਤੇ ਉਦੋਂ ਬਿਲਕੁਲ ਡਰ ਨਹੀਂ ਲੱਗਿਆ। ਰਸਤੇ 'ਚ ਜਾਂਦਿਆਂ ਬਿਲਕੁਲ ਕੁਛ ਨਹੀਂ ਹੋਇਆ ਜਦੋਂ ਅਸੀਂ ਉੱਪਰ ਗਏ ਆ। ਤੇ ਜਦੋਂ ਆਪਾਂ ਐਂਡ ਤੱਕ ਪਹੁੰਚ ਰਹੇ ਸੀ ਨਾ, ਤੇ ਜੱਗਾ ਵੀਰ ਜੀ ਕਹਿੰਦੇ ਵੀ ਭੈਣ, ਮੈਂ ਕਿਹਾ ਭਾਜੀ ਪਹੁੰਚ ਗਏ। ਭਾਜੀ ਕਹਿੰਦੇ ਤੁਸੀਂ ਭੈਣ ਜੀ ਦੇਖਿਆ ਨਹੀਂ, ਤੁਸੀਂ ਕਿੱਥੋਂ ਵਾਕ ਕਰਕੇ ਆਓ? ਮੈਂ ਕਿਹਾ ਨਹੀਂ ਮੈਂ ਨਹੀਂ ਦੇਖਣਾ,
ਕਰਕੇ ਮੈਂ ਦੇਖਣਾ ਨਹੀਂ ਮੈਂ ਕਿੱਥੋਂ ਵਾਕ ਕਰਕੇ ਆਈ। ਸੋ ਅਗੇਨ ਮੈਂ ਪੋਡਕਾਸਟ ਦੇ ਉੱਪਰ ਦੁਬਾਰਾ ਫਿਰ ਇਸ ਤਰੀਕੇ ਦੇ ਆਪਣੇ ਹਾਈਕਿੰਗ ਗਰੁੱਪ ਦੇ ਨਾਲ, ਜਦ ਸਮਰ ਦੀ ਹਾਈਕ ਸਟਾਰਟ ਹੋਣਗੀਆਂ ਫਿਰ ਅਸੀਂ ਦੁਬਾਰਾ ਆਵਾਂਗੇ। ਯਾਰੂਪ, ਮੈਨੂੰ ਵੀ ਇੱਕ ਗੱਲ ਯਾਦ ਆ ਗਈ ਕਿ ਜਦੋਂ ਆਪਾਂ ਬਿਲਕੁਲ ਸਮਿਟ ਤੇ ਸੀਗੇ, when we are at the top, ਤੇ ਉੱਥੇ ਆਪਾਂ ਪਿਕਚਰਸ ਕਰ ਰਹੇ ਸੀਗੇ ਹਨਾ, ਤੇ ਰਾਜਪ੍ਰੀਤ was scared। ਮੈਨੂੰ ਬਾਅਦ ਚ ਉਹਨਾਂ ਨੇ ਦੱਸਿਆ ਕਿ I remember when we were taking pictures and I was saying ਆਪਾਂ ਇੱਥੇ ਭੰਗੜਾ ਪਾ ਲਈਏ। I was asking you and he was saying ਕਿ ਤੇਰਾ ਦਿਮਾਗ ਖਰਾਬ ਸੀਗਾ। ਉੱਥੇ 3 ਫੁੱਟ ਦੀ ਜਗ੍ਹਾ ਸੀਗੀ, ਤੇ ਕਿਸੇ ਦਾ ਬੈਕਪੈਕ ਵੀ ਇੱਕ ਦੂਜੇ ਨੂੰ ਟੱਚ ਕਰ ਜਾਂਦਾ ਤੇ ਪਤਾ ਵੀ ਨਹੀਂ ਸੀ ਲੱਗਣਾ ਵੀ ਉਹ ਕਿੱਥੇ ਗਿਆ ਤੇ ਕਿੱਥੇ ਡਿੱਗਿਆ ਜਾ ਕੇ, ਤੇ ਤੈਨੂੰ ਉੱਥੇ ਭੰਗੜਾ ਸੁੱਝ ਰਿਹਾ ਸੀ। ਇੱਥੇ ਮੈਂ ਆਪਣੀ ਆਡੀਅנס ਨੂੰ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਸਮਿਟ ਤੇ ਪਹੁੰਚ ਕੇ ਭੰਗੜੇ ਵੀ ਪਾਉਂਦੇ ਆ। ਸਮਰ ਦੇ ਵਿੱਚ ਮੈਂ ਸਮਿਟ ਜੰਪ ਕਰਦੀ ਹੁੰਦੀ ਆ, ਤੇ ਅੱਜ ਕੱਲ ਮੈਂ ਉਹ ਵੀ ਕਰ ਰਹੀ ਸੀ, ਫੇਰੀ ਐਂਜਲ ਬਣਾ ਰਹੀ ਸੀ, ਤੇ ਮੈਨੂੰ 2 ਵਾਰ ਦਾ ਵੀਡੀਓ ਮੇਰੀ ਸਿੱਖੋ ਸਾਹਿਬ ਨੇ ਵੀ ਬਣਾਈ ਹੈ, ਤੇ ਮਾਸਟਰ ਇਜ਼ ਮਾਈ ਫੋਟੋਗ੍ਰਾਫਰ। ਅਸੀਂ ਦੋਨੇ ਬੜੇ ਕ੍ਰੇਜ਼ੀ ਹੁੰਦੇ ਆ ਟ੍ਰੇਲ ਤੇ ਬੜੇ। ਜੇ ਤੁਸੀਂ ਸਾਡੇ ਮੈਂ ਹੁਣ ਪੇਜ ਐਕਚੁਅਲੀ ਬਣਾਉਣਾ ਸ਼ੁਰੂ ਕਰਨਾ ਹੈ, ਮੈਂ ਪੈਸ਼ਨੇਟ ਹਾਈਕਰਸ, ਤੇ ਉੱਤੇ ਆਪਾਂ ਛੋਟੇ ਇਨਸੀਡੈਂਟ ਲਿਖਿਆ ਕਰੀਏ, ਸਾਰਾ ਕੁਝ ਕਰਿਆ ਕਰੀਏ, ਪਿਕਚਰਸ ਪਾਇਆ ਕਰੀਏ, ਤਾਂ ਕਿ ਅਸੀਂ ਬਾਕੀਆਂ ਨੂੰ ਵੀ ਮੋਟੀਵੇਟ ਕਰੀਏ, ਕਿਉਂਕਿ ਅਸੀਂ ਬਹੁਤ ਘੱਟ ਆਪਣੀ ਕਮਿਊਨਿਟੀ ਦੇ ਲੋਕਾਂ ਨੂੰ ਹਾਈਕਸ ਤੇ ਦੇਖਦੇ ਆ। ਮੈਂ ਇੱਕ ਮਿੰਟ ਗੱਲ ਐਮਰਜੈਂਸੀ ਵਾਸਤੇ ਐਡ ਕਰਨਾ ਚਾਹੁੰਦਾ। ਜਿਹੜਾ ਆਪਣਾ SOS ਜਿਹੜੀ ਐਮਰਜੈਂਸੀ ਹੈਗੀ ਹੈ ਜੀ, ਉਹ ਕੋਈ ਵੀ ਕਿਤੇ ਵੀ ਬੰਦਾ ਕਿਤੇ ਵੀ ਯੂਜ਼ ਕਰ ਸਕਦਾ, ਨਾਟ ਓਨਲੀ ਹਾਈਕਸ। ਜੇ ਕੋਈ ਬੰਦਾ ਹੋਰ ਵੀ ਕਿਸੇ ਐਮਰਜੈਂਸੀ ਵਿੱਚ ਕਿਸੇ ਵੀ ਥਾਂ ਦੇ ਉੱਤੇ ਸਟਕ ਹੋ ਗਿਆ, ਜਿਹੜਾ ਆਪਣਾ ਫੋਨ ਹੈਗਾ, ਜਦੋਂ ਆਪਾਂ ਪਾਵਰ ਆਫ ਕਰਦੇ ਆ, ਜਦੋਂ ਪਾਵਰ ਆਫ ਕਰਦੇ ਆ, ਇਹਦੇ ਵਿੱਚ ਉਹ ਆਪਸ਼ਨ ਆਉਂਦੀ ਹੈਗੀ SOS ਐਮਰਜੈਂਸੀ ਦੀ, ਉੱਥੋਂ ਆਪਾਂ ਇਹਨੂੰ ਡਾਇਲ ਕਰਕੇ ਤੇ ਆਪਾਂ ਉਹਨਾਂ ਨੂੰ ਇਨਫੋਰਮੇਸ਼ਨ ਦੇ ਸਕਦੇ ਹਾਂ। Good, thank you. So I hope we all enjoy it. This time ਵੀ ਬੜੀ ਦੇਰ ਤੋਂ ਇਹਨੂੰ ਪਲਾਨ ਕਰ ਰਹੇ ਸੀ, ਤੇ thanks a lot, thanks for being yes। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਸ਼ਿਸ਼ਿਕਾ, ਮੈਂ ਥੋੜੀ ਜਿਹੀ ਕਲੋਜ਼ਿੰਗ ਸਟੇਟਮੈਂਟ ਦੇਣਾ ਚਾਹੁੰਦੀ ਹਾਂ ਜਨਰਲ ਹਾਈਕ ਦੇ ਲਈ। ਜਿੱਦਾਂ ਜਿਵੇਂ ਹੁਣ ਆਪਾਂ ਸਾਰੇ ਜਾਣੇ 40s 50s ਦੇ ਵਿੱਚ ਕੰਮਾਂ 'ਚ ਬਿਜ਼ੀ ਹੈਗੇ ਆ, ਤਾਂ ਆਪਾਂ 7 ਦਿਨ ਘਰੇ ਰਹਿੰਦੇ ਆ, ਤਾਂ ਉਹ ਆਪਾਂ ਅੰਦਰ ਹੀ ਰਹਿੰਦੇ ਆ। ਆਪਾਂ ਅਲਬਰਟਾ 'ਚ ਹੈਗੇ ਆ, ਠੰਡ ਹੁੰਦੀ ਆ, ਤਾਂ ਇਹਦਾ ਪਹਿਲਾ ਜਿਹੜਾ ਹੈਗਾ ਵੀ ਤੁਸੀਂ ਘਰ ਤੋਂ ਬਾਹਰ ਫਰੈਸ਼ ਏਅਰ ਦੇ ਵਿੱਚ ਨਿਕਲਦੇ ਆ। ਨੰਬਰ 2, ਇੱਕ ਦਿਨ ਦੇ ਵਿੱਚ ਤੁਸੀਂ ਪੂਰੀ ਵੀਕ ਦੀ ਐਕਸਰਸਾਈਜ਼ ਕਰ ਲੈਂਦੇ ਆ। ਨੰਬਰ 3, you feel good about yourself and you are getting a strong body every week। ਤੇ ਉਸ ਤੋਂ ਜਿਹੜਾ ਮੇਨ ਸਭ ਤੋਂ ਹੈਗਾ ਵੀ ਤੁਹਾਡਾ ਨਾ ਗੁੱਡ ਗਰੁੱਪ ਹੈਗਾ, ਫਰੈਂਡਸ ਆ, ਫੈਮਲੀਜ਼ ਆ। ਅਸੀਂ ਬੱਚਿਆਂ ਨੂੰ ਵੀ ਲੈ ਕੇ ਜਾਂਦੇ ਆ। we organize one hike that is suitable for our kids, doesn't matter they're 10 years old or 16 18 years old। so ਇੱਕ ਬੱਚਿਆਂ ਦਾ ਫੈਮਲੀ ਡੇ ਵੀ ਹੁੰਦਾ ਹੈਗਾ। ਤਾਂ ਉਹ ਉਸ ਤੋਂ ਬਾਅਦ ਜਿਹੜਾ ਉੱਥੇ ਤੁਹਾਡਾ ਪੂਰਾ ਦਿਨ ਇੱਕ ਆਪਦੇ ਲਈ ਹੁੰਦਾ। ਤੁਸੀਂ ਹਾਈਕ ਤੋਂ ਬਾਅਦ ਫੂਡ ਇੰਜੋਏ ਕਰਦੇ ਆ, ਬੋਨ ਫਾਇਰ ਹੁੰਦੀ ਆ, ਗੱਲਾਂ ਕਰਦੇ ਆ, ਐਂਡ ਦੈਨ ਟਾਈਮ ਤੇ ਬੈਕ ਘਰੇ ਸ਼ਾਮ ਨੂੰ ਆ ਜਾਂਦੇ ਆ। ਤਾਂ ਇਹਦੇ ਵਿੱਚ there is nothing to lose, everything is win-win। ਹਾਂਜੀ, thank you guys। thank you Roop, thank you Avinashi, thank you Goldie, thank you Aman, thank you Lakhveer ji for coming up। ਅਸੀਂ ਆਪਣੇ ਬਾਕੀ ਕਈ ਜਿਹੜੇ ਫਰੈਂਡਸ ਹੈਗੇ ਆ, ਹਾਈਕਰਸ ਹੈਗੇ ਆ ਸਾਡੇ ਗਰੁੱਪ ਦੇ, ਪੈਸ਼ਨੇਟ ਹਾਈਕਰਸ, ਉਹਨਾਂ ਨੂੰ ਅਸੀਂ ਅੱਜ ਮਿਸ ਕਰ ਰਹੇ ਹਾਂ, ਬਟ very soon we'll be bringing another podcast and I'll bring everyone here, and thank you and have a good time on trails, safe and good time on trails. Bye. Thank you Lee, thanks, bye bye।